ਅੱਜ ਜਿਸ ਤਰੀਕੇ ਨਾਲ ਇੱਕ ਇਲੈਕਟਡ ਐਮਐਲਏ ਉਹਨੂੰ ਸਵੇਰੇ 6 ਵਜੇ ਪੁਲਿਸ ਲੈਣ ਪਹੁੰਚ ਜਾਂਦੀ ਹੈ ਤਾਂ ਭੇਜਿਆ ਜਾ ਸਕਦਾ ਸੀ। ਜੇ ਨਵੇਂ ਸਬੂਤ ਮਿਲੇ ਸੀ ਤਾਂ ਸੁਖਪਾਲ ਸਿੰਘ ਖਹਿਰਾ ਅੱਗੇ ਵੀ ਕੋਆਪਰੇਟ ਕਰਦੇ ਰਹੇ। ਬਾਹਰਲਾ ਦਰਵਾਜ਼ਾ ਤੋੜਨਾ, ਉਸ ਤੋਂ ਬਾਅਦ ਰਸੋਈ ਦਾ ਦਰਵਾਜ਼ਾ ਤੋੜਨਾ, ਸਿੱਧਾ ਘਰ ਦੇ ਬੈੱਡਰੂਮ ਦੇ ਵਿੱਚ ਵੜ ਜਾਣਾ ਤੇ ਉਸ ਤੋਂ ਬਾਅਦ ਕਹਿਣਾ ਵੀ ਚਲੋ ਸਾਡੇ ਨਾਲ। ਇਹ ਸਾਰੇ ਮਾਹੌਲ ਨੂੰ ਤੁਸੀਂ ਕਿਸ ਤਰੀਕੇ ਨਾਲ ਡੀਕੋਡ ਕਰ ਰਹੇ ਹੋ? ਜੇ ਪੰਜਾਬ ਗਵਰਨਮੈਂਟ ਵੱਲੋਂ ਐਕਸ਼ਨ ਕਿਸੇ ਨਸ਼ੇ ਦੀ ਰੋਕਥਾਮ ਲਈ ਹੋਵੇ ਜਾਂ ਕਰਪਟ ਲੀਡਰ ਨੂੰ ਫੜਨ ਲਈ ਹੋਵੇ ਤਾਂ ਮੈਨੂੰ ਲੱਗਦਾ ਇਹ ਪੋਜ਼ਿਟਿਵ ਪੋਲੀਟੀਕਲ ਵੈਂਡੇਟਾ, ਇਹੋ ਜਿਹੇ ਵੈਂਡੇਟੇ ਹੋਣੇ ਚਾਹੀਦੇ। ਪਰ ਜਦੋਂ ਆਪਾਂ ਸੁਖਪਾਲ ਸਿੰਘ ਖਹਿਰਾ ਜੀ ਦੀ ਗੱਲ ਕਰਦੇ ਹਾਂ ਤਾਂ ਇਸ ਕੇਸ ਨੂੰ ਆਪਾਂ ਉਸ ਲੜੀ ਦੇ ਵਿੱਚ ਨਹੀਂ ਦੇਖ ਸਕਦੇ। ਬੈਰਾਗੀ ਜੀ, ਬੇਸ਼ੱਕ ਕਿਉਂਕਿ ਇਸ ਵਕਤ ਨਸ਼ੇ ਦਾ ਮਸਲਾ ਹੈਗਾ, ਇਹਨੂੰ ਲੈ ਕੇ ਬਹੁਤ ਸਾਰੀਆਂ ਚਿੰਤਾਵਾਂ ਨੇ, ਪਰ ਜਿਸ ਤਰੀਕੇ ਨਾਲ ਇੱਕ ਮਨੁੱਖੀ ਅਧਿਕਾਰ ਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ, ਇੱਕ ਵਿਅਕਤੀ ਦੇ ਘਰ ਜੇ ਰੇਡ ਹੋਵੇ ਤਾਂ ਉਹਦੇ ਕੁਝ ਮਨੁੱਖੀ ਅਧਿਕਾਰ ਹੁੰਦੇ ਨੇ। ਸਿੱਧੇ ਤੌਰ ਤੇ ਉਹ ਡਿਮਾਂਡ ਕਰ ਸਕਦਾ ਕਿ ਮੈਨੂੰ ਵਾਰੰਟ ਦਿਖਾਇਆ ਜਾਵੇ ਘੱਟੋ ਘੱਟ। ਭੋਗਲ ਜੀ, ਮਨੁੱਖੀ ਅਧਿਕਾਰ ਵਾਲੀ ਗੱਲ, ਹਿਊਮਨ ਰਾਈਟਸ ਵਾਲੀ ਗੱਲ ਤਾਂ ਬਹੁਤ ਪਰੇ ਦੀ ਗੱਲ ਆ। ਉਹਦੇ ਵਿੱਚ ਤਾਂ ਬੰਦੇ ਦੀ ਡਿਗਨਿਟੀ ਵੀ ਆ ਜਾਂਦੀ ਆ। ਤੇ ਜੇ ਮੈਂ ਪ੍ਰੋਸੀਜਰਲ ਗੱਲ ਕਰਾਂ, ਪ੍ਰੋਸੀਜਰ ਵੀ ਨਹੀਂ ਅਡਾਪਟ ਕੀਤਾ ਗਿਆ। ਜੇ ਫਰੈਸ਼ FIR ਕੋਈ ਹੁੰਦੀ, ਕੋਈ DDR ਫਰੈਸ਼ ਹੁੰਦੀ, ਦੈਨ ਪੁਲਿਸ ਕੈਨ ਰੇਟ ਇਫ ਜੇ ਅਫੈਂਸ ਉਹ ਕੋਗਨੀਜਲ ਦਾਇਰੇ ਦੇ ਵਿੱਚ ਫਾਲ ਕਰਦਾ ਵਾ। ਤਾਂ ਮੈਨੂੰ ਲੱਗਦਾ ਕਿਸੇ ਵੀ ਕਾਇਦੇ ਦੇ ਵਿੱਚ ਨਹੀਂ ਆਉਂਦਾ, ਖਾਸ ਕਰਕੇ ਉਦੋਂ ਜਦੋਂ ਉਹਨਾਂ ਦਾ ਕੇਸ ਕੋਰਟ ਦੇ ਵਿੱਚ ਪੈਂਡਿੰਗ। ਪੰਜਾਬ ਦੀ ਸਾਰੀ ਜਿਹੜੀ ਲੀਡਰਸ਼ਿਪ ਸੀਗੀ ਜਾਂ ਕੇਂਦਰੀ ਉਹਨਾਂ ਦੀ ਦਿੱਲੀ ਦੀ ਲੀਡਰਸ਼ਿਪ ਸੀ, ਉਹ ਭੰਗੜੇ ਪਾ ਰਹੀ ਸੀ ਤਾਂ ਉਸ ਵੇਲੇ ਪੰਜਾਬ ਦੇ ਹੱਕਾਂ 'ਤੇ ਡਾਕਾ ਵੱਜ ਰਿਹਾ ਸੀ। ਤੇ ਪੰਜਾਬ ਦੀ ਜਿਹੜੀ ਖਾਸ ਕਰਕੇ ਇੱਕ ਚੇਅਰਮੈਨ ਦੀ ਕੁਰਸੀ ਦੇ ਨਾਲ ਇੱਕ ਚੇਅਰ ਹੁੰਦੀ ਹੈ ਤੇ ਹਰਿਆਣੇ ਦੀ ਇੱਕ ਚੇਅਰ ਹੁੰਦੀ ਹੈ, ਉਹ 2 ਸਾਲ ਤੋਂ ਖਾਲੀ ਪਈਆਂ ਨੇ। ਤਾਂ ਮੈਨੂੰ ਲੱਗਦਾ ਕਿ ਜਦੋਂ ਇਦਾਂ ਦਾ ਕੋਈ ਵਿਅਕਤੀ ਮਸਲੇ ਇਦਾਂ ਦੇ ਚੱਕਦਾ ਹੈਗਾ ਤਾਂ ਉਹ ਫਿਰ ਵੈਸੇ ਵੀ ਟਾਰਗੇਟ ਤੇ ਆਉਂਦਾ, ਨਿਸ਼ਾਨੇ ਤੇ ਆਉਂਦਾ। ਹਾਂ, ਜਿਹੜਾ ਇੱਕ ਇਸ਼ੂ ਨੂੰ ਰੇਜ਼ ਕਰਦੇ ਆ ਸੁਖਪਾਲ ਸਿੰਘ ਖਹਿਰਾ, ਮੈਨੂੰ ਲੱਗਦਾ ਉਹ ਪੰਜਾਬ ਦੇ ਵਿੱਚੋਂ ਇਕੱਲੇ ਮਹਾਜ ਇੱਕ ਵੋਕਲ ਲੀਡਰ ਹੈਗੇ ਜਿਹੜੇ ਇਸ਼ੂ ਦੀ ਸੰਜੀਦਗੀ ਨੂੰ ਸਮਝ ਕੇ ਉਹਨੂੰ ਔਨ ਏਅਰ ਕਰਦੇ ਆ। ਤੇ ਇਹ ਸਾਰੇ ਉਹ ਜਦੋਂ ਗੱਲਾਂ ਕਰਦੇ ਆ ਤੇ ਉਸ ਚੀਜ਼ ਨੂੰ ਲੈ ਕੇ ਮੈਨੂੰ ਲੱਗਦਾ ਵੀ ਮਿਸਯੂਜ਼ ਹੋਇਆ ਪੁਲਿਸ ਦਾ। ਤੇ ਪੁਖਤਾ ਸਬੂਤਾਂ ਤੋਂ ਬਿਨਾਂ ਜਾਂ ਪੁਖਤਾ ਡਾਕੂਮੈਂਟਸ ਤੋਂ ਬਿਨਾਂ ਕਿਸੇ ਦੀ ਵੀ ਇਸ ਤਰ੍ਹਾਂ ਅਰੈਸਟ ਕਰਨੀ, ਮੈਨੂੰ ਲੱਗਦਾ ਉਹ ਕਾਨੂੰਨ ਦੀ ਵੀ ਉਲੰਘਣਾ ਹੈਗੀ ਆ ਤੇ ਮਨੁੱਖੀ ਅਧਿਕਾਰਾਂ ਦਾ ਵੀ ਘਾਣ ਹੈਗਾ ਵਾ। ਜਿਹੜੇ ਬੰਦ ਲਿਫਾਫੇ ਰਿਪੋਰਟਾਂ ਦਾ ਜ਼ਿਕਰ ਹਮੇਸ਼ਾ ਚੱਲਦਾ ਰਿਹਾ, ਕਹਿੰਦੇ ਖੁੱਲ੍ਹ ਗਈਆਂ, ਅੱਧੀਆਂ ਵਿੱਚ ਅੱਧੀਆਂ ਹਲੇ ਵੀ ਸ਼ਾਇਦ ਨਹੀਂ ਖੁੱਲੀਆਂ, ਤਾਂ ਉਹ ਰਿਪੋਰਟਾਂ ਤੇ ਜਿਹੜਾ ਆਧਾਰ ਹੈਗਾ ਪੰਜਾਬ ਦੇ ਵਿੱਚ ਨਸ਼ੇ ਦੇ ਪ੍ਰਸਾਰ ਦਾ, ਲੱਗਦਾ ਨਹੀਂ ਕਿ ਉਧਰਲੇ ਪਾਸੇ ਨੂੰ ਕਾਰਵਾਈ ਹੋਣੀ ਚਾਹੀਦੀ ਸੀ। ਖਹਿਰੇ ਵਾਲੇ ਮਾਮਲੇ ਦੇ ਵਿੱਚ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੇ ਵੀ ਕਿਹਾ ਤੁਸੀਂ ਮੀਡੀਆ ਟ੍ਰਾਇਲ ਤੋਂ ਥੋੜਾ ਜਿਹਾ ਬਚੋ ਤੇ ਵੀ ਨਹੀਂ ਤੁਹਾਨੂੰ ਇਹੋ ਜਿਹੇ ਸੈਂਸਿਟਿਵ ਮੁੱਦਿਆਂ ਤੇ ਕਰਨਾ ਚਾਹੀਦਾ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈਗੀ ਆ। ਜਿਹੜੀਆਂ ਨੰਬਤ ਪਈਆਂ ਵਾ ਰਿਪੋਰਟਾਂ, ਉਹ ਖੁੱਲ੍ਹ ਕੇ ਕਾਰਵਾਈ ਹੋਣੀ ਚਾਹੀਦੀ। ਪਰ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਤੁਸੀਂ ਨਸ਼ੇ ਦੀ ਆੜ ਦੇ ਵਿੱਚ ਕਿਸੇ ਵੀ ਉਸ ਲੀਡਰ ਨੂੰ ਤੁਸੀਂ ਟਾਰਗੇਟ ਕਰੋ ਜਿਹੜਾ ਤੁਹਾਨੂੰ ਚੈਲੰਜ ਕਰਦਾ ਵਾ, ਜਿਹੜਾ ਇਸ਼ੂ ਉਠਾਉਂਦਾ ਵਾ ਪੰਜਾਬ ਦੇ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਨਜ਼ਰੀਆ ਲੈ ਕੇ ਹਾਜ਼ਰ ਹਾਂ। ਦੋਸਤੋ, ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਦੇ ਭਖਦੇ ਮੁੱਦਿਆਂ ਤੇ ਚਰਚਾ ਕੀਤੀ ਜਾਵੇ ਤੇ ਇੱਕ ਅਜਿਹੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਵਾਇਆ ਜਾਵੇ ਜਿਹੜੀ ਪੂਰੇ ਮਸਲੇ ਨੂੰ ਤਫਸੀਲ ਦੇ ਨਾਲ ਤੁਹਾਨੂੰ ਸਮਝਾਵੇ ਕਿ ਆਖਰਕਾਰ ਇਹ ਹੋ ਕੀ ਰਿਹਾ ਹੈਗਾ। ਉਹਨਾਂ ਦੇ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ, ਤਾਂ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਉਤਸ਼ਾਹ ਸੀਗਾ ਕਿ ਅੱਜ ਉਸ ਦਿਹਾੜੇ ਨੂੰ ਮਨਾਇਆ ਜਾਵੇ, ਆਪਣੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਵੇ। ਉਹਨਾਂ ਦੀ ਜਨਮ ਜਿਹੜੀ ਤਿਥੀ ਹੈਗੀ ਆ ਉਹ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਸ਼ਹੀਦ ਭਗਤ ਸਿੰਘ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਆਮ ਆਦਮੀ ਪਾਰਟੀ ਵੀ ਉਹਨਾਂ ਦੀਆਂ ਤਸਵੀਰਾਂ ਆਪਣੇ ਦਫ਼ਤਰਾਂ 'ਚ ਲਗਾਉਂਦੀ ਹੈ। ਪਰ ਅੱਜ ਦੀ ਸਵੇਰ ਜਿਹੜੀ ਸੀਗੀ ਉਹ ਵੱਖਰੇ ਤਰੀਕੇ ਨਾਲ ਸ਼ੁਰੂ ਹੋਈ। ਇੱਕ ਪਾਸੇ ਤਾਂ ਅੱਜ ਇੱਕ ਵੱਡਾ ਸਮਾਗਮ ਸ਼ਹੀਦ ਭਗਤ ਸਿੰਘ ਦੀ ਯਾਦ ਦੇ ਵਿੱਚ ਕੀਤਾ ਗਿਆ, ਪਰ ਉਸ ਤੋਂ ਪਹਿਲਾਂ ਹੀ ਤਕਰੀਬਨ 6 ਵਜੇ ਸਵੇਰੇ ਸੁਖਪਾਲ ਸਿੰਘ ਖਹਿਰਾ ਦੀ ਕੋਠੀ ਜਿਹੜੀ ਹੈਗੀ ਹੈ ਚੰਡੀਗੜ੍ਹ ਦੇ ਸੈਕਟਰ 5 ਦੇ ਵਿੱਚ 6 ਨੰਬਰ ਕੋਠੀ, ਉੱਥੇ ਪੁਲਿਸ ਪਹੁੰਚ ਜਾਂਦੀ ਹੈ। ਪੁਲਿਸ ਲੋਕਲ ਨਹੀਂ ਬਲਕਿ ਜਲਾਲਾਬਾਦ ਤੋਂ ਪੁਲਿਸ ਪਹੁੰਚਦੀ ਹੈ। ਤਾਂ ਉਸ ਤੋਂ ਬਾਅਦ ਸਾਰਾ ਵਾਕਿਆ ਜਿਹੜਾ ਹੈਗਾ ਉਹ ਵੀ ਸਾਹਮਣੇ ਆਉਂਦਾ, ਕਿਸ ਤਰੀਕੇ ਨਾਲ ਉਹਨਾਂ ਦੀ ਧੜਪਕੜ ਹੁੰਦੀ ਹੈ, ਉਹਨਾਂ ਨੂੰ ਇੱਥੋਂ ਲਿਜਾਇਆ ਜਾਂਦਾ, ਪਰਿਵਾਰ ਰੋਕਣ ਦੀ ਕੋਸ਼ਿਸ਼ ਕਰਦਾ, ਸਬੂਤ ਮੰਗਦਾ ਵੀ ਵਾਰੰਟ ਦਿਖਾਇਆ ਜਾਵੇ। ਪਰ ਜਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ, ਇਹ ਦੱਸਿਆ ਜਾਂਦਾ ਕਿ ਪੁਰਾਣਾ ਕੇਸ ਜਿਹੜਾ 2015 ਦਾ NDPS ਦਾ ਕੇਸ ਜਿਹੜਾ ਸੀਗਾ, ਜਿਹਦੇ ਵਿੱਚ ਉਹਨਾਂ ਦਾ ਨਾਮ ਕਿਤੇ ਨਾ ਕਿਤੇ ਆਇਆ ਸੀਗਾ, ਉਸ ਮਾਮਲੇ ਦੇ ਤਹਿਤ ਉਹਨਾਂ ਤੋਂ ਪੁੱਛਗਿੱਛ ਦੁਬਾਰਾ ਹੋਣੀ ਹੈ। ਸਬੂਤ ਨਵੇਂ ਮਿਲੇ ਨੇ, ਕੀ ਸਬੂਤ ਮਿਲੇ ਨੇ, ਬਹੁਤ ਸਾਰੀਆਂ
ਜਿਹੜੀਆਂ ਭੇਦ ਤੇ ਸ਼ੰਕਾਵਾਂ ਜਿਹੜੀਆਂ ਇਸ ਪੂਰੇ ਮਾਮਲੇ ਦੇ ਵਿੱਚ ਸੀਗੀਆਂ। ਇਸ ਬਾਬਤ ਅੱਜ ਅਸੀਂ ਗੱਲਬਾਤ ਕਰਨੀ ਹੈ, ਪਰ ਨਾਲ ਦੀ ਨਾਲ ਇਹ ਵੀ ਸਮਝਣਾ ਕਿ ਪੰਜਾਬ ਦੇ ਵਿੱਚ ਮੌਜੂਦਾ ਨਸ਼ੇ ਦੇ ਹਾਲਾਤ ਕੀ ਨੇ। ਸਾਡੇ ਨਾਲ ਅੱਜ ਸੀਨੀਅਰ ਐਡਵੋਕੇਟ ਬੂਟਾ ਸਿੰਘ ਬਰਾਗੀ ਹੋਣਗੇ, ਵਿਸ਼ਲੇਸ਼ਕ ਨੇ, ਉਚੇਚੇ ਤੌਰ ਤੇ ਵੱਖ-ਵੱਖ ਮਸਲਿਆਂ ਤੇ ਬੜੇ ਚਿੰਤਨ ਦੇ ਨਾਲ, ਬੜੇ ਧਿਆਨ ਦੇ ਨਾਲ ਨਜ਼ਰ ਰੱਖਦੇ ਨੇ। ਸਰ, ਬਹੁਤ-ਬਹੁਤ ਸਵਾਗਤ ਤੁਹਾਡਾ ਜੀ। ਧੰਨਵਾਦ ਜੀ, ਬਹੁਤ-ਬਹੁਤ ਮਿਹਰਬਾਨੀ। ਸਰ, ਇਹ ਜਿਹੜੇ ਹਾਲਾਤ ਬਣੇ ਬੂਟਾ ਜੀ, ਕਿਉਂਕਿ ਮੈਨੂੰ ਲੱਗਦਾ ਕਿ ਬੜੀ ਸੰਜੀਦਗੀ ਦੇ ਨਾਲ ਇਸ ਮਾਮਲੇ ਨੂੰ ਸਮਝਣਾ ਪਵੇਗਾ। ਸੁਖਪਾਲ ਸਿੰਘ ਖਹਿਰਾ ਵੋਕਲ ਹੋ ਕੇ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੀ ਸਰਕਾਰ ਦੇ ਖਿਲਾਫ ਬੋਲ ਰਹੇ ਸੀਗੇ, ਤਾਂ ਅੱਜ ਜਿਸ ਤਰੀਕੇ ਨਾਲ ਇੱਕ ਇਲੈਕਟਡ ਐਮਐਲਏ ਉਹਨੂੰ ਸਵੇਰੇ 6 ਵਜੇ ਪੁਲਿਸ ਲੈਣ ਪਹੁੰਚ ਜਾਂਦੀ ਹੈ, ਬਹੁਤ ਸਾਰੇ ਉਹਨਾਂ ਦੇ ਆਪਣੇ ਜਿਹੜੇ ਬੰਦੇ ਨੇ ਉਹ ਤਾਂ ਸਾਫ਼ ਤੌਰ ਤੇ ਕਹਿੰਦੇ ਨੇ ਕਿ ਸੱਦਾ ਭੇਜਿਆ ਜਾ ਸਕਦਾ ਸੀ, ਜੇ ਨਵੇਂ ਸਬੂਤ ਮਿਲੇ ਸੀ ਤਾਂ ਸੁਖਪਾਲ ਸਿੰਘ ਖਹਿਰਾ ਅੱਗੇ ਵੀ ਕੋਆਪਰੇਟ ਕਰਦੇ ਰਹੇ ਨੇ। ਤਾਂ ਇਹ ਜਿਹੜੀ 6 ਵਜੇ ਬਾਹਰਲਾ ਦਰਵਾਜ਼ਾ ਤੋੜਨਾ, ਉਸ ਤੋਂ ਬਾਅਦ ਰਸੋਈ ਦਾ ਦਰਵਾਜ਼ਾ ਤੋੜਨਾ, ਸਿੱਧਾ ਘਰ ਦੇ ਬੈੱਡਰੂਮ ਦੇ ਵਿੱਚ ਵੜ ਜਾਣਾ ਤੇ ਉਸ ਤੋਂ ਬਾਅਦ ਕਹਿਣਾ ਵੀ ਚਲੋ ਸਾਡੇ ਨਾਲ, ਇਹ ਸਾਰੇ ਮਾਹੌਲ ਨੂੰ ਤੁਸੀਂ ਕਿਸ ਤਰੀਕੇ ਨਾਲ ਡੀਕੋਡ ਕਰ ਰਹੇ ਹੋ ਇੱਥੇ? ਬਿਲਕੁਲ ਭੋਗਲ ਸਾਹਿਬ, ਰਹਿਮਤ ਸਾਈ ਜੀ, ਆਪਾਂ ਸਾਰੇ ਐਪੀਸੋਡ ਨੂੰ ਇਹਨੂੰ ਆਪਾਂ ਕਲੋਜ਼ ਲਈਏ ਵੀ ਜੇ ਪੰਜਾਬ ਗਵਰਨਮੈਂਟ ਵੱਲੋਂ ਐਕਸ਼ਨ ਕਿਸੇ ਨਸ਼ੇ ਦੀ ਰੋਕਥਾਮ ਲਈ ਹੋਵੇ ਜਾਂ ਕਰਪਟ ਲੀਡਰ ਨੂੰ ਫੜਨ ਲਈ ਹੋਵੇ ਤਾਂ ਮੈਨੂੰ ਲੱਗਦਾ ਇਹ ਪੋਜ਼ਿਟਿਵ ਪੋਲੀਟੀਕਲ ਵੈਂਡੇਟਾ, ਇਹੋ ਜਿਹੇ ਵੈਂਡੇਟੇ ਹੋਣੇ ਚਾਹੀਦੇ ਆ। ਪਰ ਜਦੋਂ ਆਪਾਂ ਸੁਖਪਾਲ ਸਿੰਘ ਖਹਿਰਾ ਜੀ ਦੀ ਗੱਲ ਕਰਦੇ ਆ ਤਾਂ ਇਸ ਕੇਸ ਨੂੰ ਆਪਾਂ ਉਸ ਲੜੀ ਦੇ ਵਿੱਚ ਨਹੀਂ ਦੇਖ ਸਕਦੇ, ਕਿਉਂਕਿ ਤੁਸੀਂ ਖੁਦ ਹੀ ਫਰਮਾਇਆ ਵੀ 2015 ਦੇ ਵਿੱਚ ਕੇਸ ਜਿਹੜਾ ਸੀਗਾ ਇਹ FIR ਨੰਬਰ 35 ਰਜਿਸਟਰਡ ਹੋਈ ਜੀ। ਫਿਰ ਉਹਨਾਂ ਨੂੰ ਨਾਮ ਵੀ ਹੈ ਨਹੀਂ ਸੀ ਉਹਨਾਂ ਦਾ, ਫਿਰ ਚਲਾਨ 'ਚ ਨਾਮ ਹੈ ਨਹੀਂ ਸੀ। ਫਿਰ ਜਦੋਂ ਟਰਾਇਲ ਸੀਗਾ ਦੂਜੇ ਦੋਸ਼ੀ ਦੀ ਇੱਕ ਪੋਲੀਟੀਕਲੀ ਮੋਟੀਵੇਟਡ ਇੱਕ ਐਪਲੀਕੇਸ਼ਨ ਆ ਜਾਂਦੀ ਆ ਵੀ ਇਸ ਬੰਦੇ ਨੂੰ ਵੀ ਇਨਵੋਲਵ ਕੀਤਾ ਗਿਆ, ਉਸ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਚੀਜ਼ ਨੂੰ ਲੈ ਕੇ ਸੁਪਰੀਮ ਕੋਰਟ ਨੇ ਉਸ ਐਕਟ ਦਾ ਜਿਹੜਾ ਮਸਲਾ ਸੀਗਾ FIR ਨੰਬਰ, ਫਿਰ ਇਸੇ FIR ਨੂੰ ਲੈ ਕੇ 2022 ਦੇ ਵਿੱਚ ED ਨੇ, ਇਨਫੋਰਸਮੈਂਟ ਡਾਇਰੈਕਟਰ ਨੇ ਸਾਹਿਬ ਦੇ ਹੈਂਡ ਵਿੱਚ ਲਿਆ। ਉੱਥੇ ਉਹਨਾਂ ਚੀਜ਼ ਨੂੰ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਨਾਲ ਜੋੜਿਆ। ਐਕਟ ਨਾਲ ਜੋੜਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਕੁਝ ਮਹੀਨੇ ਉਹ ਜੇਲ੍ਹ ਦੇ ਵਿੱਚ ਵੀ ਰਹੇ ਤੇ ਉਸ ਤੋਂ ਬਾਅਦ ਉਹ ਰੈਗੂਲਰ ਬੇਲ ਤੇ ਬਾਹਰ ਆਏ। ਜਿਹੜੀ ਅਹਿਮ ਗੱਲ ਮੈਂ ਇੱਥੇ ਦੱਸਣਾ ਚਾਹੁੰਦਾ ਵਾ, ਮੋਡ ਆਫ ਅਰੈਸਟ ਦੀ ਮੈਂ ਗੱਲ ਕੀਤਾ ਸੀ। ਜਦੋਂ ਬੰਦਾ ਰੈਗੂਲਰ ਬੇਲ ਤੇ ਬਾਹਰ ਆਉਂਦਾ ਵਾ, ਕੇਸ ਕੋਰਟ ਦੇ ਵਿੱਚ ਪੈਂਡਿੰਗ ਆ, ਜੇ ਕੋਈ ਮੰਨ ਲਓ ਨਵੇਂ ਸਬੂਤ ਨਿਕਲਦੇ ਆ ਐਨ ਔਨ ਰੂਟੀਨ ਪ੍ਰੈਕਟਿਸ, ਅਸੀਂ ਉਹਨਾਂ ਸਬੂਤਾਂ ਨੂੰ ਲੈ ਕੇ ਅਦਾਲਤ ਵਿੱਚ ਜਾਂਦੇ ਆ ਵੀ ਇਹ ਬੰਦੇ ਤੋਂ ਅਸੀਂ ਦੁਬਾਰਾ ਪੁੱਛਗਿੱਛ ਕਰਨੀ ਆ ਜੀ, ਇਹਦੀ ਜਿਹੜੀ ਜ਼ਮਾਨਤ। ਪਰ ਇਹੋ ਜਿਹੇ ਕੇਸ ਵਿੱਚ ਉਹ ਚੀਜ਼ ਨਹੀਂ, ਸਿੱਧਾ ਇੱਕ ਅਰੈਸਟ ਹੋਈ ਜਿਹੜੀ ਵਿਦਆਊਟ ਵਾਰੰਟ ਸੀਗੀ, ਜਿਹੜੀ ਵਿਦਆਊਟ ਇਨਵੋਲਵਿੰਗ ਲੋਕਲ ਪੁਲਿਸ ਸੀਗੀ। ਤਾਂ ਇਹ ਸਾਰੇ ਘਟਨਾਕ੍ਰਮ ਤੋਂ ਸਮੈਲ ਆ ਰਹੀ ਹੈ ਇੱਕ ਪੋਲੀਟੀਕਲ ਵੈਂਡੇਟੇ ਦੀ। ਬੈਰਾਗੀ ਜੀ, ਬੇਸ਼ੱਕ ਕਿਉਂਕਿ ਇਸ ਵਕਤ ਨਸ਼ੇ ਦਾ ਮਸਲਾ ਹੈਗਾ, ਇਹਨੂੰ ਲੈ ਕੇ ਬਹੁਤ ਸਾਰੀਆਂ ਚਿੰਤਾਵਾਂ ਨੇ, ਪਰ ਜਿਸ ਤਰੀਕੇ ਨਾਲ ਇੱਕ ਮਨੁੱਖੀ ਅਧਿਕਾਰ ਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ, ਇੱਕ ਵਿਅਕਤੀ ਦੇ ਘਰ ਜੇ ਰੇਡ ਹੋਵੇ ਤਾਂ ਉਹਦੇ ਕੁਝ ਮਨੁੱਖੀ ਅਧਿਕਾਰ ਹੁੰਦੇ ਨੇ। ਸਿੱਧੇ ਤੌਰ ਤੇ ਉਹ ਡਿਮਾਂਡ ਕਰ ਸਕਦਾ ਕਿ ਮੈਨੂੰ ਵਾਰੰਟ ਦਿਖਾਇਆ ਜਾਵੇ, ਘੱਟੋ ਘੱਟ ਚਾਹੇ ਉਹ ਕੋਈ ਵੀ ਆਮ ਵਿਅਕਤੀ ਵੀ ਹੋਵੇ, ਆਪਣੇ ਐਡਵੋਕੇਟ ਨੂੰ ਬੁਲਾਉਣ ਦੀ ਉਹਨੂੰ ਪਰਮਿਸ਼ਨ ਹੋਣੀ ਚਾਹੀਦੀ ਹੈ। ਜਾਂ ਜਿਸ ਤਰੀਕੇ ਨਾਲ ਇਹ ਸਾਰੀ ਵਾਰਦਾਤ ਹੋਈ ਹੈ ਜਾਂ ਜਿਸ ਤਰੀਕੇ ਨਾਲ ਰੇਡ ਕੀਤੀ ਗਈ ਹੈ, ਬਾਹਰਲਾ ਕਹਿੰਦੇ ਕਿ ਦਰਵਾਜ਼ਾ ਤੋੜਿਆ ਗਿਆ, ਕਿਚਨ ਦਾ ਦਰਵਾਜ਼ਾ ਖੋਲ੍ਹਿਆ ਗਿਆ, ਉਸ ਤੋਂ ਬਾਅਦ ਬੈਡਰੂਮ ਤੱਕ ਪਹੁੰਚੇ ਨੇ, ਲੱਗਦਾ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਖਾਸ ਕਰਕੇ ਇੱਥੇ ਧਿਆਨ ਦੇ ਵਿੱਚ ਨਹੀਂ ਰੱਖੀ ਗਈ, ਨਜ਼ਰਅੰਦਾਜ਼ ਕੀਤੀ ਗਈ ਹੈ, ਖਾਸ ਕਰਕੇ ਇੱਕ ਜਦੋਂ ਇਲੈਕਟਡ MLA ਹੋਵੇ ਉਸ ਵਿਅਕਤੀ ਦੇ ਨਾਲ ਇਦਾਂ ਦਾ ਵਤੀਰਾ। ਭੋਗਲ ਜੀ, ਮਨੁੱਖੀ ਅਧਿਕਾਰਾਂ ਵਾਲੀ ਗੱਲ, ਹਿਊਮਨ ਰਾਈਟਸ ਵਾਲੀ ਗੱਲ ਤਾਂ ਬਹੁਤ ਪਰੇ ਦੀ ਗੱਲ ਆ। ਉਹਦੇ ਵਿੱਚ ਤਾਂ ਬੰਦੇ ਦੀ ਡਿਗਨਿਟੀ ਵੀ ਆ ਜਾਂਦੀ ਆ। ਤੇ ਜੇ ਮੈਂ ਪ੍ਰੋਸੀਜਰਲ ਗੱਲ ਕਰਾਂ, ਪ੍ਰੋਸੀਜਰ ਵੀ ਨਹੀਂ ਅਡਾਪਟ ਕੀਤਾ ਗਿਆ। ਜੇ ਮੈਂ ਕਾਨੂੰਨੀ ਗੱਲ ਕਰਾਂ, ਕਾਨੂੰਨ ਦੇ ਵਿੱਚ ਕੋਗਨੀਜੇਬਲ ਤੇ ਨਾਨ ਕੋਗਨੀਜੇਬਲ ਦੋ ਤਰ੍ਹਾਂ ਦੇ ਅਫੈਂਸਿਸ ਹੈਗੇ ਆ। ਖਹਿਰਾ ਸਾਹਿਬ ਦਾ ਕੇਸ ਉਹੋ ਜਿਹਾ ਹੈ ਨਹੀਂਗਾ। ਮੈਂ ਪਹਿਲਾਂ ਕਲੀਅਰ ਕਰ ਦੇਣੀ ਚਾਹੁੰਦਾ, ਜੇ ਫਰੈਸ਼ FIR ਕੋਈ ਹੁੰਦੀ, ਕੋਈ DDR ਫਰੈਸ਼ ਹੁੰਦੀ, ਦੈਨ ਪੁਲਿਸ ਕੈਨ ਰੇਟ ਇਫ ਜੇ ਅਫੈਂਸ ਉਹ ਕੋਗਨੀਜਲ ਦਾਇਰੇ ਦੇ ਵਿੱਚ ਫਾਲ ਕਰਦਾ ਵਾ। ਇਸ ਕੇਸ ਦੇ ਵਿੱਚ ਜਿਹੜੀ ਚੀਜ਼ ਤੇ ਮੈਂ ਫੋਕਸ ਕਰਨਾ ਚਾਹੁੰਦਾ ਵੀ ਉਹ ਬੇਲ ਤੇ ਸੀਗੇ, ਆਲਰੇਡੀ ਕੋਰਟ ਨੇ ਉਹਨਾਂ ਨੂੰ ਬੇਲ ਗਰੰਟ ਕੀਤੀ ਵੀ ਸੀ। ਜੇ ਕੋਈ ਨਵਾਂ ਸਬੂਤ ਉਹਨਾਂ ਦੇ ਕੋਲੇ ਆਇਆ ਸੀਗਾ ਤਾਂ ਉਹ ਬੇਲ ਨੂੰ ਚੈਲੰਜ ਕਰ ਸਕਦੇ ਸੀਗੇ, ਇਹਨਾਂ ਨੂੰ ਸੰਮਣ ਕਰ ਸਕਦੇ ਸੀਗੇ। ਇਹ ਬੈਰਾਗੀ ਜੀ, ਮੈਨੂੰ ਲੱਗਦਾ ਕਿ ਇਸ ਪੂਰੇ ਘਟਨਾਕ੍ਰਮ ਦੇ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸਮਝਣ ਵਾਲੀਆਂ ਦੇਖਣ ਦੇ ਵਿੱਚ ਆ ਰਹੀਆਂ ਨੇ। ਪੰਜਾਬ ਦੇ ਵਿੱਚ ਅਸੀਂ ਜੇ ਨਸ਼ਿਆਂ ਦੀ ਗੱਲ ਕਰੀਏ, ਨਸ਼ਿਆਂ ਨੂੰ ਲੈ ਕੇ ਹਮੇਸ਼ਾ ਚਰਚਾ ਰਹੀ ਹੈ ਕਿ ਪੰਜਾਬ ਲੰਮੇ ਸਮੇਂ ਤੋਂ ਨਸ਼ੇ ਦੀ ਮਾਰ ਹੇਠ ਹੈਗਾ।
ਨਸ਼ੇ ਨੂੰ ਰੋਕਣ ਦੇ ਲਈ ਇਸ ਤਰੀਕੇ ਨਾਲ ਇੱਕ ਵਿਅਕਤੀ ਜੇ, ਕਿਉਂਕਿ ਉਸ ਤੋਂ ਬਾਅਦ ਮਾਲਵਿੰਦਰ ਕੰਗ ਹੋਰੀ ਸਾਹਮਣੇ ਆਉਂਦੇ ਨੇ, ਉਹ ਇੱਕ ਪ੍ਰੈਸ ਵਾਰਤਾ ਕਰਦੇ ਨੇ, ਪ੍ਰੈਸ ਵਾਰਤਾ ਦੇ ਵਿੱਚ ਜ਼ਿਕਰ ਕਰਦੇ ਨੇ, ਕਹਿੰਦੇ ਕਿ ਸਾਨੂੰ ਨਵੇਂ ਸਬੂਤ ਮਿਲੇ ਨੇ, ਕਿਉਂਕਿ 2023 ਦੇ ਵਿੱਚ ਜਿਹੜੀ ਨਵੀਂ ਸਿੱਟ ਬਣਾਈ ਗਈ ਸੀ ਉਹਦੇ ਵਿੱਚ ਇਹ ਸਾਫ਼ ਤੌਰ 'ਤੇ ਜ਼ਿਕਰ ਕਰ ਰਹੇ ਨੇ ਕਿ ਪੁਲਿਸ ਫਰਦਰ ਇਨਵੈਸਟੀਗੇਸ਼ਨ ਕਰ ਸਕਦੀ ਹੈ। 2023 ਦੇ ਵਿੱਚ ਨਵੀਂ ਸਿੱਟ ਬਣਾਈ ਗਈ ਅਪ੍ਰੈਲ ਮਹੀਨੇ ਦੇ ਵਿੱਚ, ਉਹਨੂੰ ਨਵੀਆਂ ਫਾਈਂਡਿੰਗਸ ਮਿਲੀਆਂ। ਇਹ ਨਵੀਆਂ ਫਾਈਂਡਿੰਗਸ ਕਿਸ ਆਧਾਰ 'ਤੇ ਹੋ ਸਕਦੀਆਂ? ਕਿਉਂਕਿ ਸੁਖਪਾਲ ਖਹਿਰਾ ਤਾਂ ਕਹਿੰਦੇ ਕਿ ਮੈਂ ਸੁਪਰੀਮ ਕੋਰਟ ਦੇ ਵਿੱਚ ਪਲੀ ਪਾਈ ਹੋਈ ਹੈ ਕਿ ਕੁਐਸ਼ ਕੀਤਾ ਜਾਵੇ, ਕੇਸ ਮੇਰੇ ਖਿਲਾਫ ਕੋਈ ਸਬੂਤ ਨਹੀਂ ਹੈਗੇ। ਤਾਂ ਇਹ ਦੋ ਚੀਜ਼ਾਂ ਜਿਹੜੀਆਂ ਲਗਾਤਾਰਤਾ ਦੇ ਵਿੱਚ ਸਾਹਮਣੇ ਆ ਰਹੀਆਂ। ਮਾਲਵਿੰਦਰ ਕੰਗ ਕਹਿੰਦੇ ਨੇ ਕਿ ਇਸ ਨਵੇਂ ਸਬੂਤ ਮਿਲੇ ਨੇ ਤਾਂ ਕਰਕੇ ਕਾਰਵਾਈ ਹੋਈ ਹੈ। ਖਹਿਰਾ ਸਾਹਿਬ ਕਹਿੰਦੇ ਮੈਂ ਤਾਂ ਕੁਐਸ਼ ਕਰਨ ਦੀ ਰਿਕੁਐਸਟ ਪਾਈ ਹੋਈ ਹੈ ਅਦਾਲਤ ਦੇ ਵਿੱਚ। ਬਿਲਕੁਲ ਮੈਂ ਕਹਿੰਦਾ ਮੋਸਟ ਵੈਲਕਮ। ਜੇ ਨਵੇਂ ਸਬੂਤ ਮਿਲੇ ਵੀ ਆ ਤੁਸੀਂ ਉਹਨਾਂ ਨੂੰ ਪ੍ਰੋਪਰਲੀ ਸੰਮਣ ਕਰੋ, ਕਿਉਂਕਿ ਉਹ ਤਾਂ ਪਹਿਲਾਂ ਸਕੂਟਨੀ ਦੇ ਅੰਡਰ ਹੈਗੇ ਨੇ ਜੀ। ਕੁਐਸ਼ ਜੇ ਹਲੋ ਮੈਟਰ ਕੁਐਸ਼ਿੰਗ ਲਈ ਪੈਂਡਿੰਗ ਹੈਗਾ ਟ੍ਰਾਇਲ ਲਈ, ਤੁਸੀਂ ਬਈ ਉਹਨੂੰ ਪ੍ਰੋਪਰ ਸੰਮਣ ਕਰੋ। ਜੇ ਕੋਈ ਨਵੇਂ ਸਬੂਤ ਆ ਉਹਨਾਂ ਤੋਂ ਜਵਾਬ ਪੁੱਛੋ। ਨਹੀਂ ਤਾਂ ਮੈਨੂੰ ਲੱਗਦਾ ਜਦੋਂ ਈਡੀ ਕੇਸ ਕੀਤਾ ਸੀ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਦਾ, ਉਹਨਾਂ ਨੇ ਵੀ ਸੁਣਿਆ ਸੀ ਉਹਨਾਂ ਦੀਆਂ ਸਟੇਟਮੈਂਟ। ਉਸੇ ਕੇਸ ਹੈਗਾ ਵਾ ਕਿ ਆਮ ਆਦਮੀ ਪਾਰਟੀ ਦੇ ਵੀ ਪ੍ਰਵਕਤੇ ਐਜ਼ ਏ ਪੁਲਿਸ ਦੇ ਪ੍ਰਵਕਤੇ ਸਪੋਕਸ ਪਰਸਨ ਅੱਜ ਦੀ ਤਰੀਕ ਵਿੱਚ ਕੰਮ ਕਰ ਰਹੇ ਆ। ਮੈਨੂੰ ਲੱਗਦਾ ਕੋਈ ਉਹ ਕ੍ਰਿਮੀਨਲ ਨਹੀਂ ਗੇ ਜੇ ਇੱਕ 2-15 ਦਾ ਹੈਗਾ ਉਹ ਕੋਰਟ ਨਹੀਂ ਨਜ਼ਰ ਥੱਲੇ ਆ, ਉਹ ਕਦੋਂ ਵੀ ਉਹਨਾਂ ਨੂੰ ਸੱਦ ਸਕਦੇ ਨੇ। ਪਹਿਲਾਂ ਵਾਰੰਟ ਵਗੈਰਾ ਜੋ ਵੀ ਪ੍ਰਕਿਰਿਆ ਹੁੰਦੀ ਆ ਕੋਈ ਅਡਾਪਟ ਨਹੀਂ ਕੀਤੀ ਗਈ। ਮੈਨੂੰ ਲੱਗਦਾ ਇਹ ਇੱਕ ਪੋਲੀਟੀਕਲੀ ਵੈਂਡੇਟਾ ਹੈਗਾ। ਇਹ ਸਾਰੇ ਘਟਨਾਕ੍ਰਮ ਤੋਂ ਪੋਲੀਟੀਕਲੀ ਵੈਂਡੇਟੇ ਦੀ ਸਮੈਲ ਆਉਂਦੀ ਆ। ਭੋਗਲ ਜੀ ਉਹ ਵੀ ਉਦੋਂ ਮੈਨੂੰ ਲੱਗਦਾ ਬਈ ਤੁਸੀਂ ਪੰਜਾਬ ਦੇ ਮੁਤਾਬਕ ਤਾਂ ਕੁਝ ਕਹੋ, ਕੁਝ ਸਟੇਟਮੈਂਟਾਂ ਕਹੋ, ਪਰ ਜਦੋਂ ਤੁਸੀਂ ਪੰਜਾਬ ਦੀ ਜੁਰਿਸਡਿਕਸ਼ਨ ਟੱਪ ਕੇ ਜੋਧਪੁਰ ਜਾਂ ਜੈ ਵਿੱਚ ਹੋਏ ਜਿਹੜੇ ਘਟਨਾਕ੍ਰਮ ਤੇ ਜੇ ਤੁਸੀਂ ਬੋਲੋਗੇ, ਜਾਂ ਤੁਸੀਂ ਕਿਸੇ ਦੀ ਹੀਰੇ ਦੀ 3-4 ਕਰੋੜ ਦੀ ਮੁੰਦਰੀ ਬਾਰੇ ਬੋਲੋਗੇ ਤੇ ਉੱਤੋਂ ਸਿਗਨਲ ਆਊਗਾ, ਲੱਗਦਾ ਜਿਵੇਂ ਬੱਗੇ ਵਾਲੇ ਆਈ ਥਿੰਕ ਕੇਸ ਦੇ ਵਿੱਚ ਹੋਇਆ ਸੀ, ਉਹੋ ਜਿਹਾ ਕੇ ਕੁਝ ਹੀ ਹੋਊਗਾ। ਕੁਝ ਵੀ ਨਹੀਂ ਦੇਖਿਆ ਜਾਊਗਾ, ਕੁਝ ਵੀ ਨਹੀਂ ਪੁੱਛਿਆ ਜਾਊਗਾ। ਮੈਨੂੰ ਲੱਗਦਾ ਇਹ ਇੱਕ ਚੰਗੀ ਗੱਲ ਨਹੀਂ ਹੈਗੀ, ਬਹੁਤ ਮਾੜੀ ਆ। ਫਿਰ ਵੀ ਉਹ ਓਵਰਆਲ 1.5 ਲੱਖ ਬੰਦੇ ਦੇ 1.5 ਕਰੋੜ ਬੰਦੇ ਦੇ ਵਟਐਵਰ ਚੁਣੇ ਹੋਏ ਨੁਮਾਇੰਦੇ ਹੈਗੇ ਆ, ਉਹਨਾਂ ਨੂੰ ਇਸ ਤਰ੍ਹਾਂ ਤੁਸੀਂ ਉਹਨਾਂ ਦੀ ਫੈਮਿਲੀ ਵਿੱਚ ਵਾਈਫ ਮੂਰੇ, ਨੂੰਹ ਮੂਰੇ, ਉਹਨਾਂ ਦੇ ਗ੍ਰੈਂਡ ਚਿਲਡਰਨ ਮੂਰੇ ਇਹੋ ਜਿਹੀ ਤੁਸੀਂ ਗੱਲ ਕਰਦੇ ਹੋ ਤਾਂ ਮੈਨੂੰ ਲੱਗਦਾ ਕਿਸੇ ਵੀ ਕਾਇਦੇ ਦੇ ਵਿੱਚ ਨਹੀਂ ਆਉਂਦਾ, ਖਾਸ ਕਰਕੇ ਉਦੋਂ ਜਦੋਂ ਉਹਨਾਂ ਦਾ ਕੇਸ ਕੋਰਟ ਦੇ ਵਿੱਚ ਪੈਂਡਿੰਗ ਹੋਵੇ। ਬਿਲਕੁਲ ਮੈਨੂੰ ਲੱਗਦਾ ਵੈਰਾਗੀ ਜੀ, ਜਦੋਂ ਤੁਸੀਂ ਕੁਝ ਵੀਡੀਓ ਦਾ ਜ਼ਿਕਰ ਕੀਤਾ ਤਾਂ ਉਹਨਾਂ ਨੇ ਸਾਫ਼ ਤੌਰ ਤੇ ਸੁਖਪਾਲ ਸਿੰਘ ਖਹਿਰਾ ਦੀ ਵੀਡੀਓ ਅਸੀਂ ਵੀ ਦੇਖੀ ਸੀ। ਉਹ ਪਿਛਲੇ ਦਿਨਾਂ ਦੇ ਵਿੱਚ ਜ਼ਿਕਰ ਕਰਦੇ ਨਜ਼ਰ ਆਏ ਸੀ ਕਿ ਜਦੋਂ ਰਾਘਵ ਚੱਡਾ ਦੇ ਵਿਆਹ ਤੇ ਪੰਜਾਬ ਦੀ ਸਾਰੀ ਜਿਹੜੀ ਲੀਡਰਸ਼ਿਪ ਸੀਗੀ ਜਾਂ ਕੇਂਦਰੀ ਉਹਨਾਂ ਦੀ ਦਿੱਲੀ ਦੀ ਲੀਡਰਸ਼ਿਪ ਸੀ ਉਹ ਭੰਗੜੇ ਪਾ ਰਹੀ ਸੀ, ਤਾਂ ਉਸ ਵੇਲੇ ਪੰਜਾਬ ਦੇ ਹੱਕਾਂ ਤੇ ਡਾਕਾ ਵੱਜ ਰਿਹਾ ਸੀ। ਉਸ ਵੇਲੇ ਪੰਜਾਬ ਦੇ ਜਿਹੜਾ BBMB ਹੈਗਾ ਉਹ ਉਸ ਦਾ ਨਵਾਂ ਚੇਅਰਮੈਨ ਲਗਾਇਆ ਗਿਆ ਤੇ ਪੰਜਾਬ ਦੀ ਜਿਹੜੀ ਖਾਸ ਕਰਕੇ ਇੱਕ ਚੇਅਰਮੈਨ ਦੀ ਕੁਰਸੀ ਦੇ ਨਾਲ ਇੱਕ ਚੇਅਰ ਹੁੰਦੀ ਹੈ ਤੇ ਹਰਿਆਣੇ ਦੀ ਇੱਕ ਚੇਅਰ ਹੁੰਦੀ ਹੈ, ਉਹ 2 ਸਾਲ ਤੋਂ ਖਾਲੀ ਪਈਆਂ ਨੇ। ਤਾਂ ਮੈਨੂੰ ਲੱਗਦਾ ਕਿ ਜਦੋਂ ਇਦਾਂ ਦਾ ਕੋਈ ਵਿਅਕਤੀ ਮਸਲੇ ਇਦਾਂ ਦੇ ਚੱਕਦਾ ਹੈਗਾ ਤਾਂ ਉਹ ਫਿਰ ਵੈਸੇ ਵੀ ਟਾਰਗੇਟ ਤੇ ਆਉਂਦਾ, ਨਿਸ਼ਾਨੇ ਤੇ ਆਉਂਦਾ। ਭੋਗਲ ਜੀ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ। ਪੰਜਾਬ ਦੇ ਹਿੱਤ ਤਾਂ ਜੇ ਮੈਂ ਕਹਾਂ ਤਾਂ ਆਪਾਂ ਸਾਰੇ ਹੀ ਜਾਣਦੇ ਆ, ਪਿਛਲੇ ਸਮੇਂ 'ਚ ਇਗਨੋਰ ਕੀਤੇ ਜਾ ਰਹੇ ਆ, ਪਹਿਲਾਂ ਵੀ ਕੀਤੇ ਹੁੰਦੇ ਰਹੇ ਆ, ਦੂਜੀਆਂ ਸਰਕਾਰਾਂ ਵੇਲੇ ਵੀ ਕੀਤੇ ਹੋ ਰਹੇ। ਹਾਂ, ਜਿਹੜਾ ਇੱਕ ਇਸ਼ੂ ਨੂੰ ਰੇਜ਼ ਕਰਦੇ ਆ ਸੁਖਪਾਲ ਸਿੰਘ ਖਹਿਰਾ, ਮੈਨੂੰ ਲੱਗਦਾ ਉਹ ਪੰਜਾਬ ਦੇ ਵਿੱਚੋਂ ਇਕੱਲੇ ਮਹਾਜ ਇੱਕ ਵੋਕਲ ਲੀਡਰ ਹੈਗੇ ਜਿਹੜੇ ਇਸ਼ੂ ਦੀ ਸੰਜੀਦਗੀ ਨੂੰ ਸਮਝ ਕੇ ਉਹਨੂੰ ਔਨ 에ਅਰ ਕਰਦੇ ਆ ਤੇ ਬਾਅਦ ਵਿੱਚ ਉਹ ਵਾਕਿਆ ਹੀ ਕਿਤੇ ਨਾ ਕਿਤੇ ਇੱਕ ਵਾਕਿਆ ਹੀ ਪੰਜਾਬੀਆਂ ਦੇ ਨਾਲ ਜੁੜਿਆ ਹੋਇਆ ਇਸ਼ੂ ਹੁੰਦਾ, ਚਾਹੇ ਉਹ ਮਾਈਗ੍ਰੇਟਡ ਫੈਮਿਲੀਜ਼ ਦਾ ਹੋਵੇ ਜਿਹੜੀਆਂ ਕੈਨੇਡਾ ਵਿੱਚ ਹੈਗੀਆਂ। ਤੇ ਇਹ ਸਾਰੇ ਉਹ ਜਦੋਂ ਗੱਲਾਂ ਕਰਦੇ ਆ ਤੇ ਉਸ ਚੀਜ਼ ਨੂੰ ਲੈ ਕੇ ਮੈਨੂੰ ਲੱਗਦਾ ਵੀ ਮਿਸਯੂਜ਼ ਹੋਇਆ ਪੁਲਿਸ ਦਾ, ਤੇ ਪੁਖਤਾ ਸਬੂਤਾਂ ਤੋਂ ਬਿਨਾਂ ਜਾਂ ਪੁਖਤਾ ਡਾਕੂਮੈਂਟਸ ਤੋਂ ਬਿਨਾਂ ਕਿਸੇ ਦੀ ਵੀ ਇਸ ਤਰ੍ਹਾਂ ਅਰੈਸਟ ਕਰਨੀ, ਮੈਨੂੰ ਲੱਗਦਾ ਉਹ ਕਾਨੂੰਨ ਦੀ ਵੀ ਉਲੰਘਣਾ ਹੈਗੀ ਆ ਤੇ ਮਨੁੱਖੀ ਅਧਿਕਾਰਾਂ ਦਾ ਵੀ ਘਾਣ ਹੈਗਾ ਵਾ। ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਉਹਨਾਂ ਨੂੰ ਬੁਲਾਉਣਾ ਚਾਹੀਦਾ ਸੀ। ਹਾਂ, ਉਹ ਨਾ ਆਉਂਦੇ, ਉਹ ਕੋਰਟ ਤੋਂ ਭਗੌੜੇ ਹੁੰਦੇ, ਉਹਨਾਂ ਦੇ ਵਾਰੰਟ ਵਗੈਰਾ ਕੱਢੇ ਹੁੰਦੇ, ਦੈਨ ਤੁਸੀਂ ਸਮਝ ਸਕਦੇ ਹੋ ਵੀ ਵਾਕਿਆ ਹੀ ਇਹ ਗੱਲਾਂ ਹੈਗੀਆਂ। ਤੇ ਬਾਕੀ ਮੈਂ ਪਹਿਲਾਂ ਵੀ ਸਬਮਿਟ ਕੀਤਾ ਵਾ ਵੀ ਪੁਲਿਸ ਦੇ ਸਪੋਕਸ ਪਰਸਨ ਬਣ ਕੇ ਕੰਮ ਕਰ ਰਹੀ ਆ ਆਮ ਆਦਮੀ ਪਾਰਟੀ। ਬਿਲਕੁਲ, ਕਿਉਂਕਿ ਜਿਸ ਤਰੀਕੇ ਦੇ ਨਵੀਆਂ ਤਸਵੀਰਾਂ, ਨਵੀਆਂ ਅਪਡੇਟਸ ਨੇ
ਉਹਨਾਂ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੀ 2 ਦਿਨ ਦਾ ਪੁਲਿਸ ਰਿਮਾਂਡ ਮਿਲ ਗਿਆ। ਇੱਧਰੋਂ ਕਾਂਗਰਸ ਦੀ ਜਿਹੜੀ ਸਾਰੀ ਤਮਾਮ ਲੀਡਰਸ਼ਿਪ ਆ ਉਹ ਰਾਜਪਾਲ ਦੇ ਕੋਲ ਜਾ ਕੇ ਆਉਂਦੀ ਹੈ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਇੰਟਰਵੀਨ ਕਰੋ। ਤਾਂ ਪੋਲੀਟੀਕਲ ਤੌਰ ਤੇ ਬੜੀਆਂ ਚੀਜ਼ਾਂ ਦੇਖਣ ਵਾਲੀਆਂ ਨੇ। ਉਹ ਸਾਫ਼ ਤੌਰ ਤੇ ਕਾਂਗਰਸ ਦੀ ਲੀਡਰਸ਼ਿਪ ਤਾਂ ਇਹ ਕਹਿ ਰਹੀ ਕਿ ਪੋਲੀਟੀਕਲ ਵੈਂਡੇਟਾ ਹੋ ਰਿਹਾ। ਖਾਸ ਕਰ ਜਦੋਂ ਅਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦੇ, ਜਦੋਂ ਸੱਤਾ ਦੇ ਵਿੱਚ ਨਹੀਂ ਸੀ, ਉਹ ਤਾਂ ਸਾਫ਼ ਤੌਰ ਤੇ ਜ਼ਿਕਰ ਕਹਿੰਦੇ ਸੀਗੇ ਕਿ ਅਸੀਂ ਪੋਲੀਟੀਕਲ ਵੈਂਡੇਟਾ ਬਿਲਕੁਲ ਨਹੀਂ ਕਰਾਂਗੇ, ਪਰ ਜਦੋਂ ਪੰਜਾਬ ਦੇ ਨਸ਼ੇ ਦੀ ਗੱਲ ਆਊਗੀ, ਨਸ਼ੇ ਦੇ ਖਿਲਾਫ ਕਾਰਵਾਈ ਕਰਨੀ ਹੋਈ ਤਾਂ ਅਸੀਂ ਜ਼ਰੂਰ ਕਰਾਂਗੇ। ਪਰ ਮੈਨੂੰ ਲੱਗਦਾ ਇੱਥੇ ਇੱਕ ਅਹਿਮ ਚੀਜ਼ ਸਮਝਣ ਵਾਲੀ, ਜਿਹੜੀ ਨਸ਼ੇ ਦੇ ਖਿਲਾਫ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਪਿਛਲੇ ਦਿਨਾਂ ਵਿੱਚ ਪਰਮਿੰਦਰ ਝੋਟਾ ਦੀ ਅਰੈਸਟ ਹੁੰਦੀ ਹੈ। ਉਹ ਵਿਅਕਤੀ ਕਹਿੰਦੇ ਕਿ ਨਸ਼ੇ ਦੇ ਖਿਲਾਫ ਬੋਲ ਰਿਹਾ ਸੀਗਾ, ਜਿਹੜੇ ਨਸ਼ੇ ਦਾ ਕਾਰੋਬਾਰ ਕਰ ਰਹੇ ਸੀ ਉਹਨਾਂ ਦੇ ਥਾਵਾਂ 'ਤੇ ਜਾ ਕੇ ਉਹਨਾਂ ਨੂੰ ਨਸ਼ਰ ਕਰ ਰਿਹਾ ਸੀ, ਐਕਸਪੋਜ਼ ਕਰ ਰਿਹਾ ਸੀਗਾ, ਤਾਂ ਉਹਨੂੰ ਵੀ ਅਰੈਸਟ ਕੀਤਾ ਜਾਂਦਾ। ਇਹ ਕਿਸ ਤਰੀਕੇ ਦੀ ਲੜਾਈ ਹੈਗੀ ਹੈ? ਇਹ ਕਿਸ ਤਰੀਕੇ ਦੀ ਮੁਹਿੰਮ ਹੈਗੀ ਜਿਹੜੀ ਨਸ਼ੇ ਦੇ ਖਿਲਾਫ ਚੱਲ ਰਹੀ ਹੈ? ਪਰ ਨਸ਼ਾ ਜਿਹੜਾ ਫੜਾਉਣ ਵਾਲੇ ਲੋਕ ਨੇ ਜਾਂ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਛੇੜਨ ਵਾਲੇ ਲੋਕ ਨੇ, ਉਹਨਾਂ ਦੇ ਖਿਲਾਫ ਹੀ ਐਕਸ਼ਨ ਹੋ ਰਹੇ ਨੇ। ਨਹੀਂ, ਇਹ ਦੇਖੋ ਕਈ ਲੱਖ ਕਰੋੜ ਦਾ ਬਿਜ਼ਨਸ ਹੈਗਾ ਜਿਹੜਾ ਪੰਜਾਬ ਦੇ ਵਿੱਚ ਚੱਲਿਆ ਹੋਇਆ ਹੈਗਾ ਨਸ਼ੇ ਨੂੰ ਲੈ ਕੇ। ਜਿਹੜੀਆਂ FIRs ਦਾ ਵੀ ਖੇਲ ਹੋ ਰਿਹਾ ਜਾਂ ਅਰੈਸਟ ਹੋ ਰਹੀਆਂ, ਉਹ ਵੀ ਜਿਹੜੇ ਕਿਤੇ ਨਾ ਕਿਤੇ ਐਡਿਕਟਡ ਹੈਗੇ ਆ ਉਹਨਾਂ ਤੇ ਕਾਰਵਾਈ ਹੋ ਰਹੀ ਆ। ਪਰਮਿੰਦਰ ਝੋਟੇ ਦੀ ਤੁਸੀਂ ਗੱਲ ਕੀਤੀ, ਪਿੰਡ ਲੈਵਲ ਤੇ ਟੀਮਾਂ ਬਣੀਆਂ, ਉਹਨਾਂ ਟੀਮਾਂ ਦੇ ਵਿੱਚ ਕੁਝ ਗੱਭਰੂ ਮਾਰੇ ਵੀ ਗਏ ਜਿਹੜੇ ਬੰਦੇ ਉਹੋ ਜਿਹੇ ਸੀਗੇ ਜਿਹੜੇ ਨਸ਼ੇ ਦੇ ਵਰਖਲਾਫ ਕੰਮ ਕਰਦੇ ਸੀਗੇ। ਤਾਂ ਗਵਰਨਮੈਂਟ ਦਾ ਉਹਨਾਂ ਪ੍ਰਤੀ ਕੋਈ ਬੜਾ ਸਨੇਹ ਨਹੀਂ ਜਾਗਿਆ ਦਿਸਦਾ। ਤੇ ਜੇ ਆਪਾਂ ਪਰਮਿੰਦਰ ਝੋਟੇ ਵਾਲੀ ਸਪੈਸੀਫਿਕ ਗੱਲ ਕਰ ਲਓ ਤੁਸੀਂ, ਉਹ ਜਿਹੜੇ ਵੀ ਉੱਥੇ ਕੋਈ ਐਸੋਸੀਏਸ਼ਨ ਜਾਂ ਮੈਡੀਕਲ ਦਾ ਕਰਦੇ ਸੀਗੇ ਇਹੋ ਜਿਹਾ ਗਲਤ ਕੰਮ, ਉਹਨਾਂ ਨੂੰ ਕਿਸੇ ਹੱਦ ਤੱਕ ਮੈਂ ਸਮਝਦਾ ਵਾਂ ਵੀ ਪੁਸ਼ਤ ਪਨਾਹੀ ਉਹਨਾਂ ਦੀ ਹੋਈ ਆ। ਇਹ ਨਸ਼ੇ ਦੇ ਵਰਖਲਾਫ ਜਿਹੜੀ ਭੋਗਲ ਸਾਹਿਬ ਗੱਲ ਹੈਗੀ ਆ, ਇਹ ਵੱਡੀ ਗੱਲ ਹੈਗੀ ਆ। ਇਹ ਤਾਂ ਵਾਕਿਆ ਹੀ ਤੁਹਾਨੂੰ ਪੋਲੀਟੀਕਲੀ ਤੌਰ ਤੇ ਉੱਠ ਕੇ ਇਹਦੇ ਤੁਹਾਡੇ ਸਮਾਜ ਦਾ ਵੀ ਸਾਥ ਲੈਣਾ ਪਊਗਾ, ਪਰਿਵਾਰ ਦਾ ਵੀ ਸਾਥ ਲੈਣਾ ਪਊਗਾ। ਪਰ ਗਵਰਨਮੈਂਟ ਇਸ ਲੜਾਈ ਨੂੰ ਅੱਜ ਤੱਕ ਲੱਗ ਰਿਹਾ ਵਾ ਵੀ ਸੰਜੀਦਾ ਨਹੀਂ ਲੈ ਰਹੀ। ਜੇ ਆਪਾਂ ਦੇਖੀਏ, ਡੈਥਸ ਵੀ ਨਸ਼ੇ ਦੇ ਨਾਲ ਜ਼ਿਆਦਾ ਹੋ ਰਹੀਆਂ, ਨਸ਼ਾ ਰਿਕਵਰ ਵੀ ਜ਼ਿਆਦਾ ਹੋ ਰਿਹਾ ਵਾ, ਤੇ ਨਸ਼ਾ ਵਿਕ ਵੀ ਜ਼ਿਆਦਾ ਰਿਹਾ। ਅੱਜ ਦੀ ਤਰੀਕ ਵਿੱਚ ਨਸ਼ਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂਗਾ, ਜ਼ਿਆਦਾ ਵਿਕ ਰਿਹਾ ਵਾ। ਅਵੇਲੇਬਿਲਿਟੀ ਉਹਦੀ ਜਿੱਥੋਂ ਤੱਕ ਪਤਾ ਲੱਗਦਾ ਗਰਾਊਂਡ ਤੋਂ ਵਧੀ ਹੈਗੀ ਆ। ਤੇ ਵਾਕਈ ਜੇ ਮੈਂ ਵੀ ਇਸ ਚੀਜ਼ ਨਾਲ ਐਗਰੀ ਹੈਗਾ, ਤੁਸੀਂ ਵੀ ਐਗਰੀ ਹੋਵੋਗੇ, ਹਰ ਪੰਜਾਬੀ ਜਿਹੜਾ ਸੰਜੀਦਾ ਐਗਰੀ ਆ ਵੀ ਤੁਸੀਂ ਨਸ਼ੇ ਦੇ ਵਰਖਲਾਫ ਜੰਮ ਕੇ ਲੜਾਈ ਕਰੋ, ਤੁਸੀਂ ਕਾਰਵਾਈਆਂ ਕਰੋ। ਪਰ ਜਿੱਥੇ ਅਸਲੀ ਐਕਸ਼ਨ ਲੈਣ ਵਾਲਾ ਵਾ, ਜਿਵੇਂ ਤੁਸੀਂ ਗੱਲ ਕੀਤੀ ਆ, ਉੱਥੇ ਕਿਤੇ ਨਾ ਕਿਤੇ ਪੰਜਾਬ ਗਵਰਨਮੈਂਟ ਫੇਲ ਨਜ਼ਰ ਆ ਰਹੀ ਆ। ਚਾਹੀਦਾ ਤਾਂ ਇਹ ਆ ਵੀ ਜਿਹੜੇ ਨਸ਼ੇ ਦੇ ਵਰਖਲਾਫ ਕੰਮ ਕਰਦੇ ਆ ਉਹਨਾਂ ਦੀ ਤੁਹਾਨੂੰ ਪਿੱਠ ਥਪਥਪਾਉਣੀ ਚਾਹੀਦੀ ਆ। ਹਾਲਾਂਕਿ ਤੁਸੀਂ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਕੱਢ ਰਹੇ ਆ। ਜਿਵੇਂ ਮੈਂ ਪਹਿਲਾਂ ਹੀ ਕਿਹਾ, ਹੁਣ ਤੁਸੀਂ ਇੱਕ ਨਾਮ ਜਿਹੜਾ ਪੁਲਿਸ ਆਫੀਸਰ ਇਹਦੇ ਵਿੱਚ ਇਨਵੋਲਵ ਹੋਇਆ ਸੀ, ਉਹਦੇ ਵਾਰੰਟ ਵੀ ਨਿਕਲ ਗਿਆ, ਉਹ ਭਗੌੜਾ ਵੀ ਕਰਾਰ ਦਿੱਤਾ, ਉਹਨੂੰ ਸਾਰੇ ਹੀ ਭੁੱਲੇ ਫਿਰਦੇ ਹੋ ਤੁਸੀਂ, ਆਪਾਂ ਸਾਰੇ ਹੀ ਭੁੱਲੇ ਫਿਰਦੇ ਆ ਵੀ ਇਹ ਬਹੁਤ ਵੱਡਾ ਰੈਕਟ ਹੈਗਾ। ਤੁਸੀਂ ਇਹਨੂੰ ਮਹਿਜ਼ ਲਾਈਟਲੀ ਨਹੀਂ ਲੈ ਸਕਦੇ। ਇੱਕ ਬਿਜ਼ਨਸ ਹੈਗਾ ਵਾ ਜਿਹੜੀ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਖੇਡਿਆ ਜਾ ਰਿਹਾ। ਜੇ ਸਰਕਾਰ ਇਸ ਨੂੰ ਵਾਕਈ ਠੱਲ ਪਾਉਣੀ ਚਾਹੁੰਦੀ ਆ ਤਾਂ ਫੈਮਲੀਜ਼ ਨੂੰ ਇਨਵੋਲਵ ਕਰੇ, ਸਮਾਜ ਨੂੰ ਇਨਵੋਲਵ ਕਰੇ, ਤਾਂ ਹੀ। ਸਰਕਾਰ ਨਹੀਂ ਕਰਨਾ ਚਾਹੁੰਦੀ, ਜਿਵੇਂ ਆਪਾਂ ਦੇਖਿਆ ਵਾ ਕਤਲ ਹੋ ਰਹੇ ਆ ਅੱਜ ਦੀ ਤਰੀਕ ਵਿੱਚ, ਲਾਅ ਐਂਡ ਆਰਡਰ ਦੀ ਵੀ ਸਥਿਤੀ ਕੋਈ ਬਾਹਲੀ ਮੈਂ ਚੰਗੀ ਨਹੀਂ ਸਮਝਦਾ। ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਵੀ ਪੰਜਾਬ ਗਵਰਨਮੈਂਟ ਨੂੰ ਚਾਹੀਦਾ ਤਾਂ ਪੋਜ਼ਿਟਿਵਲੀ ਕੰਮ ਕਰਨਾ ਚਾਹੀਦਾ, ਪਰ ਉਹ ਕਿਤੇ ਨਾ ਕਿਤੇ ਵੈਂਡੇਟੇ ਦੇ ਤਹਿਤ ਇਹੋ ਜਿਹਾ ਕੁਝ ਕਰ ਰਹੀ ਆ, ਤੇ ਨਹੀਂ, ਜਿਹੜੀ ਗੱਲ ਚੰਗੀ ਨਹੀਂ ਹੈਗੀ। ਵੈਸੇ ਤੁਸੀਂ ਮਾਲਵਿੰਦਰ ਕੰਗ ਹੋਰਾਂ ਦਾ ਬਿਆਨ ਸੁਣਿਆ, ਕਹਿੰਦੇ ਕਿ ਅਸੀਂ ਜ਼ੀਰੋ ਟੋਲਰੈਂਸ ਰੱਖ ਰਹੇ ਹਾਂ। ਜੇ ਜ਼ੀਰੋ ਟੋਲਰੈਂਸ ਹੋਵੇ ਨਸ਼ੇ ਦੇ ਖਿਲਾਫ, ਤਾਂ ਲੱਗਦਾ ਇਦਾਂ ਦੇ ਹਾਲਾਤ ਬਣ ਸਕਦੇ ਨੇ ਸਾਡੇ ਸੂਬੇ ਦੇ ਵਿੱਚ। ਖਾਸ ਕਰਕੇ ਆਮ ਆਦਮੀ ਪਾਰਟੀ ਵੀ ਇਹ ਜ਼ਿਕਰ ਕਹਿੰਦੀ ਕਿ ਨਸ਼ੇ ਦੇ ਖਿਲਾਫ ਜ਼ੀਰੋ ਟੋਲਰੈਂਸ, ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਹੈ ਸਾਡੀ। ਭੋਗਲ ਸਾਹਿਬ, ਇਹ ਤਾਂ ਗੱਲਾਂ ਕਰਨ ਵਾਲੀਆਂ ਹੁੰਦੀਆਂ ਜਿਹੜੀਆਂ ਦਿਸਦੀਆਂ ਤੁਹਾਨੂੰ ਹੀ ਪਤਾ। ਜ਼ੀਰੋ ਟੋਲਰੈਂਸ ਤਾਂ CCC ਫਾਰਮੂਲਾ ਵੀ ਸੀਗਾ, ਉਹ ਕਿੱਥੇ ਗਿਆ? ਜ਼ੀਰੋ ਟੋਲਰੈਂਸ ਤਾਂ ਕਰਪਸ਼ਨ ਵੀ ਸੀਗੀ। ਹਾਂ, ਜ਼ੀਰੋ ਟੋਲਰੈਂਸ ਤਾਂ ਕਰਪਸ਼ਨ ਵੀ ਸੀਗੀ। 4 ਕਰੋੜ ਦੀ ਮੁੰਦਰੀ ਇੱਕ ਗਿਫਟ ਕੀਤੀ ਜਾ ਰਹੀ ਆ ਮਹਿਜ 4 ਸਾਲਾਂ ਦੇ ਵਿੱਚ। ਜਿਹੜੇ ਬੰਦੇ ਕੋਲੇ ਪਹਿਲਾਂ 2-2.5 ਲੱਖ ਰੁਪਈਆ ਸੀ, ਦਿਸ ਇਜ਼ ਆਲਸੋ ਪਾਰਟ ਆਫ ਕਰਪਸ਼ਨ। ਇਹਦੀ ਵੀ ਤਾਂ ਪੁਖਤਾ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਪੁਲਿਸ ਮੁਲਾਜ਼ਮ ਡਿਪਿਊਟ ਕੀਤੇ ਜਾ ਰਹੇ ਆ, ਉਹ ਸਾਰੀਆਂ ਗੱਲਾਂ ਹੈਗੀਆਂ ਵਾ। ਮੈਨੂੰ ਲੱਗਦਾ ਸਮੇਂ ਦੇ ਹਿਸਾਬ ਨਾਲ ਸਰਦਾਰ ਭਗਵੰਤ ਸਿੰਘ ਮਾਨ ਇਸ ਚੀਜ਼ ਦਾ ਵੀ ਆਰਡਰ ਦੇਣਗੇ। ਮਿਸਯੂਜ਼ ਹੋ ਰਹੀ ਆ, ਮਸ਼ੀਨਰੀ ਹੋ ਰਹੀ ਆ, ਸਾਰਾ ਕੁਝ ਹੋ ਰਿਹਾ ਵਾ। ਤੇ ਦੇਖੋ, ਮੈਂ ਕੰਗ ਸਾਹਿਬ ਉਹਨਾਂ ਦੀ ਸਟੇਟਮੈਂਟ ਨੂੰ ਬੜਾ ਤੁਸੀਂ ਸੀਰੀਅਸਲੀ ਨਾ ਲਵੋ। ਉਹਨਾਂ ਨੂੰ ਕਈ ਵਾਰੀ ਮਜਬੂਰਨ ਬਸ ਗਵਰਨਮੈਂਟ ਦਾ ਦੇਣਾ ਪੈਂਦਾ ਵਾ, ਦੇਈ ਜਾਂਦੇ ਆ। ਚਾਹੀਦੀ ਆ ਜ਼ੀਰੋ ਟੋਲਰੈਂਸ, ਪਰ ਜ਼ੀਰੋ ਟੋਲਰੈਂਸ ਦਿਖ ਨਹੀਂ ਰਹੀ। ਕਹਿਣਾ ਹੀ ਕਾਫੀ ਨਹੀਂ ਹੁੰਦਾ। ਇਹ ਬੈਰਾਗੀ ਜੀ, ਇਹ ਸਾਰੇ ਮਾਹੌਲ ਦੇ ਵਿਚਾਲੇ ਇੱਕ ਚੀਜ਼ ਇਹ ਵੀ ਦੇਖਣ ਦੇ ਵਿੱਚ ਆਈ ਹੈ, ਕਿਉਂਕਿ ਅੱਜ ਜਦੋਂ ਕਾਂਗਰਸ ਦੀ ਲੀਡਰਸ਼ਿਪ ਰਾਜਪਾਲ ਨੂੰ ਮਿਲਣ ਗਈ ਤਾਂ ਉੱਥੇ ਵੀ ਇਹ ਸਵਾਲ ਹੋਇਆ ਦੁਬਾਰਾ ਕਿ ਇੱਕ ਇੰਡੀਆ ਗਠਬੰਧਨ ਦਾ ਇਸ ਵੇਲੇ ਬੜਾ ਚਰਚਾ ਛਿੜਿਆ ਹੋਇਆ ਹੈਗਾ। ਤਾਂ ਜਿਹੜੇ ਹਾਲਾਤ ਇਸ ਵੇਲੇ ਪੰਜਾਬ 'ਚ ਬਣਦੇ ਦਿਖਾਈ ਦੇ ਰਹੇ ਨੇ, ਕਾਂਗਰਸ ਵਰਸਸ ਆਮ ਆਦਮੀ ਪਾਰਟੀ, ਕਿਉਂਕਿ ਕਾਂਗਰਸ ਦੇ ਵਿਧਾਇਕ ਨੇ ਸੁਖਪਾਲ ਸਿੰਘ ਖਹਿਰਾ,
ਤਾਂ ਲੱਗਦਾ ਕਿ ਉਹ ਜਿਹੜਾ ਇੰਡੀਆ ਗਠਬੰਧਨ ਉਧਰਲੇ ਪਾਸੇ ਚਰਚਾ ਛਿੜੀ ਹੋਈ ਹੈ ਤਾਂ ਪੰਜਾਬ ਦੇ ਵਿੱਚ ਤਾਂ ਪੂਰੀ ਤਰ੍ਹਾਂ ਠੇਪੀ ਲੱਗ ਗਈ ਇਸ ਘਟਨਾ ਤੋਂ ਬਾਅਦ ਉਹਨੂੰ। ਹਾਂ, ਅੱਜ ਦੇ ਸਰਕਮਸਟੈਂਸਿਸ ਤਾਂ ਐਵੇਂ ਹੀ ਲੱਗਦਾ। ਪਹਿਲਾਂ ਵੀ ਜਿਹੜੀ ਇਹਨਾਂ ਦੀ ਲੋਕਲ ਕਮੇਟੀ ਹੈਗੀ ਆ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਉਹ ਪਹਿਲਾਂ ਵੀ ਇਸ ਚੀਜ਼ ਨਾਲ ਐਗਰੀ ਨਹੀਂ ਸੀ, ਅਪੋਜ਼ ਕਰਦੀ ਸੀ ਇਸ ਚੀਜ਼ ਨੂੰ। ਪਰ ਭੁੱਗਲ ਸਾਹਿਬ, ਜਿੱਥੇ ਸੈਂਟਰਲ ਪੋਲੀਟਿਕਸ ਜਾਂ ਨੈਸ਼ਨਲ ਪੋਲੀਟਿਕਸ ਦੀ ਗੱਲ ਹੋ ਜਾਂਦੀ ਆ, ਉੱਥੇ ਮੈਨੂੰ ਲੱਗਦਾ ਬਾਹਲਾ ਸਟੇਟ ਯੂਨਿਟਸ ਨੂੰ ਕੋਈ ਵੀ ਨੈਸ਼ਨਲ ਪਾਰਟੀ ਇੰਨੀ ਤਵੱਜੋ ਨਹੀਂ ਦਿੰਦੀ। ਜੇ ਹੋਣਾ ਹੋਇਆ ਇਹ ਤਾਂ ਲਾਰਜਰ ਇੰਟਰਸਟ ਦੇ ਵਿੱਚ ਇਹਨਾਂ ਨੇ ਇੱਕ ਉਹ ਕ੍ਰੀਏਟ ਕਰਨਾ ਹੁੰਦਾ ਨੈਰੇਟਿਵਸ। ਉਹਨਾਂ ਨੇ ਕਹਿਣਾ ਵੀ ਤੁਸੀਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਨਹੀਂ ਦੇਖਣਾ ਚਾਹੁੰਦੇ, ਸਾਰਿਆਂ ਨੇ ਚੁੱਪ ਕਰ ਜਾਣਾ। ਦੂਜਿਆਂ ਨੇ ਕਹਿਣਾ ਤੁਸੀਂ ਕੇਜਰੀਵਾਲ ਸਾਹਿਬ ਨੂੰ ਨਹੀਂ ਦੇਖਣਾ ਚਾਹੁੰਦੇ, ਸਾਰਿਆਂ ਨੇ ਚੁੱਪ ਕਰ ਜਾਣਾ ਵਾ। ਉਸ ਇਸ਼ੂ ਨੂੰ ਮੈਨੂੰ ਲੱਗਦਾ ਆਪਾਂ ਨੂੰ ਡਿਟੇਲ ਦੇ ਵਿੱਚ ਆਪਾਂ ਸੈਪਰੇਟ ਤੌਰ ਤੇ ਡਿਸਕਸ ਕਰ ਸਕਦੇ ਹਾਂ। ਪਰ ਹਾਂ, ਅੱਜ ਦੀ ਤਰੀਕ ਵਿੱਚ ਜਿਹੜਾ ਪਹਿਲਾਂ ਵੀ ਕਹਿ ਰਹੀ ਸੀ ਕਿ ਕਾਂਗਰਸ ਕਮੇਟੀ ਲੋਕਲ ਇਹਨਾਂ ਦੀ ਬੋਡੀ, ਉਹ ਕਿਤੇ ਨਾ ਕਿਤੇ ਮਜ਼ਬੂਤ ਹੋਈ ਆ ਵੀ ਅਸੀਂ ਇਹਨਾਂ ਨਾਲ ਮਿਲ ਕੇ ਨਹੀਂ ਚਲੇ ਜਾ ਸਕਦੇ। ਹਾਂ, ਪਰ ਇਹ ਗੱਲ ਯਾਦ ਰੱਖਿਓ ਤੁਸੀਂ, ਜੇ ਇਹਨਾਂ ਕਾਂਗਰਸ ਦੇ ਦੂਜੇ ਲੀਡਰਾਂ ਤੇ ਪਰਚਾ ਦਰਜ ਹੁੰਦਾ ਤਾਂ ਮੈਨੂੰ ਲੱਗਦਾ ਪੰਜਾਬੀਆਂ ਦੇ ਵਿੱਚ ਉਹਨਾਂ ਰੋਸ ਹੈ ਨਹੀਂਗਾ, ਕਿਉਂਕਿ ਕਰਪਸ਼ਨ ਪੰਜਾਬ ਦੇ ਵਿੱਚ ਹੋਈ ਆ। ਜੇ ਪੰਜਾਬ ਦੇ ਖਜ਼ਾਨੇ ਨੂੰ ਲੱਗਿਆ, ਜਾਂ ਆਪਾਂ ਸਾਰੇ ਹੀ ਜਾਣਦੇ ਆ, ਇਸੇ ਧਰਤੀ ਤੇ ਰਹਿੰਦੇ ਆ, ਜੇ ਧਰਮਸੋਤ ਤੇ ਹੋ ਰਹੀ ਆ, ਆਸ਼ੂ ਤੇ ਹੋ ਰਹੀ ਆ, ਉਹ ਕਿਤੇ ਨਾ ਕਿਤੇ ਇੱਕ ਤਰ੍ਹਾਂ ਦੀ ਕਰਪਸ਼ਨ ਹੈਗੀ ਆ। ਪਰ ਜੇ ਸੁਖਪਾਲ ਸਿੰਘ ਖਹਿਰਾ ਜਿਹੜੇ ਇੱਕ ਵੋਕਲ ਹੈਗੇ ਆ, ਉਸ ਹਿਸਾਬ ਨਾਲ ਤੁਸੀਂ ਪੁਰਾਣੇ ਕੇਸ 'ਚ ਇਨਵੋਲਵ ਕਰ ਰਹੇ ਹੋ, ਤਾਂ ਮੈਨੂੰ ਲੱਗਦਾ ਇਸ ਚੀਜ਼ ਨੂੰ ਤੁਹਾਨੂੰ ਵੱਖਰੇ ਤੌਰ ਤੇ ਦੇਖਣਾ ਚਾਹੀਦਾ ਵਾ ਤੇ ਦੇਖਣਾ ਬਣਦਾ ਵਾ। ਵੀ ਪਹਿਲਾਂ ਵੀ ਇਹਨਾਂ ਤੇ ਕਾਫੀ ਅਟੈਂਪਟਸ ਹੋਈਆਂ, ਵੀ 3-4 ਪਰਚੇ ਦਰਜ ਹੋਏ, ਸਿਸਟਰ ਨੂੰ ਇਨਵੋਲਵ ਕਰ ਲਿਆ, ਉਦੋਂ ਤੁਸੀਂ ਇਹਨਾਂ ਦੀ ਆਵਾਜ਼ ਨੂੰ ਨਹੀਂ ਦਬਾ ਸਕੇ। ਤੇ ਹੁਣ ਇੱਕ ਪੁਰਾਣੇ ਕੇਸ ਤਰ੍ਹਾਂ ਜਿਸ ਨਾਲ ਮੋਡ ਆਫ ਅਰੈਸਟ ਕੀਤਾ ਵਾ, ਅਰੈਸਟ ਕਰਨ ਦਾ ਤਰੀਕਾਕਾਰ ਸੀਗਾ, ਇੱਕ ਬੰਦੇ ਨੂੰ ਮੈਨੂੰ ਲੱਗਦਾ ਬੇਇੱਜ਼ਤੀ ਕਰਨ ਵਾਲੀ ਗੱਲ ਹੈਗੀ। ਜਿੱਥੇ ਤੱਕ ਅਲਾਇੰਸ ਦੀ ਗੱਲ ਹੈਗੀ ਆ, ਅਲਾਇੰਸ ਨੋ ਡਾਊਟ ਅੱਜ ਦੀ ਤਰੀਕ ਵਿੱਚ ਥੋੜਾ ਜਿਹਾ ਫਿੱਕਾ ਪਿਆ ਹੋਇਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਨਿਕਲਦਾ ਕੀ ਨਹੀਂ ਨਿਕਲਦਾ ਸੈਪਰੇਟ ਇਸ਼ੂ ਹੈ। ਬ੍ਰੈਕ ਸਾਹਿਬ, ਇੱਕ ਬੜੀ ਅਹਿਮ ਚੀਜ਼ ਆ ਕਿ ਲੱਗਦਾ ਕਿ ਅਕਸਰ ਪੰਜਾਬ ਦੀ ਸਿਆਸਤ ਖਾਸ ਕਰਕੇ ਜਿੱਧਰ ਨੂੰ ਸਿਆਸੀ ਤੌਰ ਤੇ ਲਾਹਾ ਦਿਖਦਾ ਜਾਂ ਜਿੱਥੇ ਸਿਆਸੀ ਕਿੜ ਕੱਢਣੀ ਹੁੰਦੀ ਹੈ ਉਧਰਲੇ ਪਾਸੇ ਨੂੰ ਐਕਸ਼ਨ ਹੁੰਦਾ। ਕਿਉਂਕਿ ਜਦੋਂ ਅਸੀਂ ਪੂਰੇ ਨਸ਼ੇ ਦੀ ਜੜ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ, ਭੋਲਾ ਡਰੱਗ ਰੈਕਟ ਵਾਲਾ ਮਾਮਲਾ ਜਿਹੜਾ ਤੁਹਾਡੇ ਧਿਆਨ ਦੇ ਵਿੱਚ ਹੋਣਾ, ਕਿਉਂਕਿ ਤੁਸੀਂ ਬੜੇ ਵਿਵਾਕ ਢੰਗ ਦੇ ਨਾਲ ਉਹਨੂੰ ਦੇਖਦੇ ਆ ਰਹੇ ਹੋ, ਪਰਖਦੇ ਆ ਰਹੇ ਹੋ, ਪਰ ਉਹਨਾਂ ਮਾਮਲਿਆਂ ਦੇ ਵਿੱਚ ਅੱਜ ਤੱਕ ਕੋਈ ਜਿਹੜੀ ਨਵੀਂ ਸਿੱਟ ਬਣਾ ਕੇ ਇਸ ਤਰੀਕੇ ਨਾਲ ਇੰਨੀ ਛੇਤੀ ਐਕਸ਼ਨ, ਜਿੱਦਾਂ 23 ਅਪ੍ਰੈਲ ਦੀ ਗੱਲ ਕਰਦੇ ਹਾਂ ਅਸੀਂ, 2023 ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਕਹਿੰਦੇ ਨਵੀਂ ਸਿੱਟ ਬਣਾਈ, ਤਾਂ ਅਪ੍ਰੈਲ ਮਾਰਚ, ਅਸੀਂ ਹੁਣ ਸਤੰਬਰ ਦੇ ਵਿੱਚ ਬੈਠੇ ਹਾਂ, ਸਤੰਬਰ ਦਾ ਖਤਮ ਹੋ ਜਾਣਾ, ਵੀ ਇੰਨੀ ਛੇਤੀ ਐਕਸ਼ਨ ਹੋ ਗਿਆ। ਤੇ ਜਿਹੜੇ ਬੰਦ ਲਿਫਾਫੇ ਰਿਪੋਰਟਾਂ ਦਾ ਜ਼ਿਕਰ ਹਮੇਸ਼ਾ ਚੱਲਦਾ ਰਿਹਾ, ਕਹਿੰਦੇ ਖੁੱਲ੍ਹ ਗਈਆਂ, ਅੱਧੀਆਂ ਵਿੱਚ ਅੱਧੀਆਂ ਹਲੇ ਵੀ ਸ਼ਾਇਦ ਨਹੀਂ ਖੁੱਲੀਆਂ, ਤਾਂ ਉਹ ਰਿਪੋਰਟਾਂ ਤੇ ਜਿਹੜਾ ਆਧਾਰ ਹੈਗਾ ਪੰਜਾਬ ਦੇ ਵਿੱਚ ਨਸ਼ੇ ਦੇ ਪ੍ਰਸਾਰ ਦਾ, ਲੱਗਦਾ ਨਹੀਂ ਕਿ ਉਧਰਲੇ ਪਾਸੇ ਨੂੰ ਕਾਰਵਾਈ ਹੋਣੀ ਚਾਹੀਦੀ ਸੀ। ਖਹਿਰੇ ਵਾਲੇ ਮਾਮਲੇ ਦੇ ਵਿੱਚ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ। ਬਿਲਕੁਲ, ਦੇਖੋ ਮੈਂ ਥੋੜਾ ਜਿਹਾ ਸੰਜਮ ਦੇ ਨਾਲ ਤਾਂ ਬੋਲ ਰਿਹਾ। ਇੱਕ ਤਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੇ ਵੀ ਕਿਹਾ ਤੁਸੀਂ ਮੀਡੀਆ ਟ੍ਰਾਇਲ ਤੋਂ ਥੋੜਾ ਜਿਹਾ ਬਚੋ, ਤੇ ਵੀ ਨਹੀਂ ਤੁਹਾਨੂੰ ਇਹੋ ਜਿਹੇ ਸੈਂਸਿਟਿਵ ਮੁੱਦਿਆਂ ਤੇ ਕਰਨਾ ਚਾਹੀਦਾ। ਤੁਹਾਡੀ ਗੱਲ ਬਿਲਕੁਲ ਦਰੁਸਤ ਹੈਗੀ ਆ। ਜਿਹੜੀਆਂ ਲੰਬਤ ਪਈਆਂ ਵਾ ਰਿਪੋਰਟਾਂ, ਉਹ ਖੁੱਲ ਕੇ ਕਾਰਵਾਈ ਹੋਣੀ ਚਾਹੀਦੀ ਹੈ। ਜਿਵੇਂ ਇਹਨਾਂ ਨੇ ਕਿਹਾ ਵੀ ਸੀਗਾ ਵੀ ਅਸੀਂ ਵਿਦਨ ਮੰਥ ਔਰ ਵਿਦਨ 4 ਵੀਕ ਅਸੀਂ ਕਾਰਵਾਈ ਕਰਾਂਗੇ। ਹੁਣ ਮੈਂ ਭੁੱਗਲ ਸਾਹਿਬ ਜੀ ਇੱਕ ਮੋਟੇ ਜਿਹੇ ਤੌਰ ਤੇ ਬੀਇੰਗ ਏ ਲੇਮੈਨ ਗੱਲ ਕਰਾਂ, ਜਿਹੜੀ ਚੀਜ਼, ਜਿਹੜੀ ਫਾਈਲ, ਜਿਹੜੇ ਫੈਕਟ, ਜਿਹੜੇ ਐਵੀਡੈਂਸ ਪਹਿਲਾਂ ਕੋਰਟ ਕੋਲੇ ਆ ਚੁੱਕੇ ਨੇ, ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ, ਕੋਰਟ ਨੇ ਉਹਨਾਂ ਨੂੰ ਸਕਰੂਟਨੀ ਕਰਤਾ, ਉਹਦੇ ਤਹਿਤ ਬੰਦਿਆਂ ਨੂੰ ਸਜ਼ਾ ਵੀ ਦੇਤੀਆਂ। ਜਿਹੜੇ ਫੈਕਟ, ਜਿਹੜੇ ਐਵੀਡੈਂਸ ਈਡੀ ਨੇ ਇਕੱਠੇ ਕਰ ਲਏ ਨੇ, ਈਡੀ ਨੇ ਇੱਕ ਬੰਦੇ ਨੂੰ 5-6 ਮਹੀਨੇ ਜੇਲ੍ਹ 'ਚ ਵੀ ਰੱਖ ਲਿਆ, ਬਾਅਦ 'ਚੋਂ ਰੈਗੂਲਰ ਬੇਲ ਤੇ ਵੀ ਆ ਗਿਆ, ਤੇ ਮੈਨੂੰ ਲੱਗਦਾ ਉਹਦੇ ਵਿੱਚ ਨਵੇਂ ਫੈਕਟ ਜਾਂ ਕੁਝ ਮਿਲਣ ਵਾਲੀ ਗੱਲ ਰਹਿ ਨਹੀਂ ਜਾਂਦੀ ਵੀ ਕਿੱਥੋਂ ਲੈ ਕੇ ਆਉਣਗੇ, ਕਿਵੇਂ ਲੈ ਕੇ ਆਉਣਗੇ। ਹਾਂ, ਜੇ ਲੈ ਕੇ ਵੀ ਆਉਂਦੇ ਆ ਤਾਂ ਠੀਕ ਹੈਗਾ, ਕੋਰਟ ਦੇ ਵਿੱਚ ਕੇਸ ਚੱਲ ਰਿਹਾ, ਤੁਸੀਂ ਕੋਰਟ 'ਚ ਦਿਓ, ਬੇਲ ਕੈਂਸਲ ਕਰਾਓ, ਉਹਨਾਂ ਨੂੰ ਕਾਲ ਕਰੋ, ਸੱਦੋ। ਪਰ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਤੁਸੀਂ ਨਸ਼ੇ ਦੀ ਆੜ ਦੇ ਵਿੱਚ ਕਿਸੇ ਵੀ ਉਸ ਲੀਡਰ ਨੂੰ ਤੁਸੀਂ ਟਾਰਗੇਟ ਕਰੋ ਜਿਹੜਾ ਤੁਹਾਨੂੰ ਚੈਲੰਜ ਕਰਦਾ ਵਾ, ਜਿਹੜਾ ਇਸ਼ੂ ਉਠਾਉਂਦਾ ਵਾ ਪੰਜਾਬ ਦੇ, ਤਾਂ ਮੈਨੂੰ ਲੱਗਦਾ ਉੱਥੇ ਕਿਤੇ ਨਾ ਕਿਤੇ ਸਮੈਲ ਜਿਹੜੀ ਹੈਗੀ ਆ ਸਟਰੋਂਗਲੀ ਪੋਲੀਟੀਕਲ ਵੈਂਡੇਟੇ ਦੀ ਆਉਂਦੀ ਆ। ਜੇ ਵਾਕਿਆ ਹੀ ਤੁਹਾਡੀ ਗੱਲ ਸਹੀ ਆ, ਤੁਸੀਂ ਸੁਹਿਰਦਤਾ ਨਾਲ ਨਸ਼ੇ ਤੇ ਕਾਰਵਾਈ ਕਰਨਾ ਚਾਹੁੰਦੇ ਆ, ਵਟ ਐਵਰ ਬੀ ਦਾ ਰਿਪੋਰਟਸ ਸਬਮਿਟਡ ਬਾਏ ਦਾ ਪੁਲਿਸ ਨੇ ਜਿਹੜੀਆਂ ਵੀ ਦਿੱਤੀਆਂ ਵਾ, ਤੁਸੀਂ ਉਹਨਾਂ ਨੂੰ ਉਜਾਗਰ ਕਰੋ। ਤੁਹਾਥੋਂ ਇੱਕੋ ਜਿਹੜਾ ਆਈਜੀ ਸਾਹਿਬ ਭੱਜੇ ਹੋਏ ਨੇ, ਉਹ ਹਜੇ ਤੱਕ ਤੁਹਾਥੋਂ ਫੜੇ ਨਹੀਂ ਗਏ, ਤੁਸੀਂ ਉਸ ਪਾਸੇ ਨੂੰ ਧਿਆਨ ਨਹੀਂ ਦੇ ਰਹੇ ਵੀ ਕਾਫੀ ਕੁਝ ਨਿਕਲ ਸਕਦਾ ਵਾ। ਇਹਨਾਂ ਨੂੰ, ਪੁਲਿਸ ਸਹਿਬਾਨਾਂ ਨੂੰ ਵੀ ਤਾਂ ਪਤਾ ਹੀ ਹੈਗਾ ਵਾ ਸਾਰੀਆਂ ਗੱਲਾਂ ਦਾ, ਤੇ ਪਰ ਕਿਤੇ ਨਾ ਕਿਤੇ ਜ਼ਿਆਦਾ ਖਹਿਰਾ ਸਾਹਿਬ ਮੈਂ ਕਹਿੰਦਾ ਬੋਲਦੇ ਜ਼ਿਆਦਾ ਸੀਗੇ, ਪੰਜਾਬ ਦੇ ਇਸ਼ੂ ਜ਼ਿਆਦਾ ਉਠਾਉਂਦੇ ਸੀਗੇ, ਤਾਂ ਕਰਕੇ ਇੱਕ ਪਰਸਨਲ ਰੰਜਿਸ਼, ਜਿਵੇਂ ਉਹਨਾਂ ਨੇ ਵੀ ਕਿਹਾ ਵੀ ਮੇਰੇ ਖੂਨ ਦਾ ਪਿਆਸਾ ਹੋਇਆ ਫਿਰਦਾ ਸੀਗਾ। ਤੇ ਮੈਨੂੰ ਲੱਗਦਾ ਬਈ ਇਸ ਲੈਵਲ ਤੇ ਨਹੀਂ ਪੋਲਿਟਿਕਸ ਕਰਨੀ ਚਾਹੀਦੀ, ਇਸ ਲੈਵਲ ਤੇ ਨਹੀਂ ਚਾਹੀਦਾ, ਇਹ ਮਾੜੀ ਗੱਲ ਹੈਗੀ ਆ।
ਬਾਕੀ ਜੇ ਤੁਸੀਂ ਇਸ਼ੂ ਓਰੀਐਂਟਡ ਪੋਲਿਟਿਕਸ ਕਰਦੇ ਹੋ, ਤੁਸੀਂ ਨਸ਼ਾ ਖਤਮ ਕਰਨ ਦੀ ਕਰਦੇ ਹੋ, ਤਾਂ ਬਿਲਕੁਲ ਤੁਹਾਨੂੰ ਉਹ ਟਰਾਂਸਪੇਰੈਂਟ ਢੰਗ ਨਾਲ ਜਿਹੜੀ ਵੀ ਗੱਲ ਹੈਗੀ, ਚਾਹੇ ਰਿਪੋਰਟਾਂ ਚਾਹੇ ਕੋਈ ਵੀ ਹੋਵੇ, ਉਸਨੂੰ ਐਨਾਲਾਈਜ਼ ਕਰਕੇ ਐਜ਼ ਪਰ ਲਾਅ ਕਾਰਵਾਈ ਕਰਨੀ ਚਾਹੀਦੀ। ਬਿਲਕੁਲ ਵਿਰਾਗੀ ਸਾਹਿਬ, ਮੈਨੂੰ ਲੱਗਦਾ ਕਿ ਜਦੋਂ ਅਸੀਂ ਨਸ਼ੇ ਦੀ ਖਤਮ ਕਰਨ ਦੀ ਗੱਲ ਕਰਦੇ ਹਾਂ ਤਾਂ ਸਰਕਾਰ ਬੜੇ ਵੱਡੇ ਇਲਜ਼ਾਮ ਲਗਾਉਂਦੀ ਰਹੀ ਹੈ। ਜਦੋਂ ਅਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦੇ, ਜਦੋਂ ਸੱਤਾ ਦੇ ਵਿੱਚ ਨਹੀਂ ਸੀ, ਤਾਂ ਇੱਕ ਵੱਡਾ ਇਲਜ਼ਾਮ ਜਿਹੜਾ ਸੀਗਾ ਉਹ ਸਾਬਕਾ ਮਾਲ ਮੰਤਰੀ ਜਿਹੜੇ ਅਕਾਲੀ ਗਵਰਨਮੈਂਟ ਦੇ ਵਿੱਚ ਰਹੇ ਨੇ ਉਹਨਾਂ ਦੇ ਨਾਮ ਨੂੰ ਲੈ ਕੇ ਲੱਗਦਾ ਰਿਹਾ। ਸਿੱਧੇ ਤੌਰ ਤੇ ਵੱਡੇ ਇਲਜ਼ਾਮ ਕਿੱਕਲੀ ਵੀ ਪਾਉਂਦੇ ਰਹੇ ਨੇ। ਭਗਵੰਤ ਮਾਨ ਦਾ ਤੁਸੀਂ ਉਹ ਵੀ ਬਿਆਨ ਸੁਣਿਆ ਹੋਣਾ, ਇੱਕ ਕਿੱਕਲੀ ਵੀ ਪਾਉਂਦੇ ਸੀਗੇ ਆਪਣੇ ਵੱਲੋਂ, ਉਹਦੇ ਵਿੱਚ ਉਚੇਚੇ ਤੌਰ ਤੇ ਬਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਕਰਦੇ ਸੀ ਬਾਰ-ਬਾਰ। ਤਾਂ ਮੈਨੂੰ ਲੱਗਦਾ ਕਿ ਜਦੋਂ ਅਸੀਂ ਇੰਨੇ ਸੰਜੀਦਗੀ ਮਸਲੇ ਤੇ ਗੱਲ ਕਰ ਰਹੇ ਹਾਂ, ਕਿਉਂਕਿ ਬਹੁਤ ਸਾਰੇ ਨੌਜਵਾਨ ਇਸ ਕਰਕੇ ਵਿਦੇਸ਼ ਭੇਜੇ ਜਾ ਰਹੇ ਨੇ ਮਾਪਿਆਂ ਵੱਲੋਂ ਕਿ ਉਹ ਨਸ਼ੇ 'ਚ ਗਲਤਾਨ ਹੋ ਜਾਣਗੇ ਇਸ ਵੇਲੇ। ਜੇ ਸੱਚੀ ਸੰਜੀਦਗੀ ਹੈਗੀ ਤਾਂ ਤੁਹਾਨੂੰ ਲੱਗਦਾ ਨਹੀਂ ਸੀਗਾ ਕਿ ਉਸ ਜੜ ਤੋਂ ਕੰਮ ਹੋਣਾ ਚਾਹੀਦਾ ਸੀ, ਜਿਹਦੇ ਖਿਲਾਫ ਤੁਸੀਂ ਐਡੇ ਵੱਡੇ ਬਿਆਨ ਦਿੰਦੇ ਰਹੇ ਆ, ਜਾਂ ਜਿਹਦੇ ਬਾਰੇ ਬਿਆਨ ਦੇ ਕੇ ਤੁਹਾਡੇ ਸੁਪਰੀਮੋ ਜਿਹੜੇ ਨੇ ਮਾਫੀ ਮੰਗ ਚੁੱਕੇ ਨੇ, ਤਾਂ ਸੰਜੇ ਸਿੰਘ ਹੱਲੇ ਵੀ ਲੁਧਿਆਣਾ ਦੇ ਵਿੱਚ ਪੇਸ਼ੀਆਂ ਭੁਗਤਦੇ ਨੇ ਤੁਹਾਡੀਆਂ। ਤਾਂ ਲੱਗਦਾ ਨਹੀਂ ਸੀ ਵੀ ਜੇ ਤੁਸੀਂ ਐਡੀ ਵੱਡੀ ਸੰਜੀਦਗੀ ਦੇ ਨਾਲ ਸੱਚੀ ਚਾਹੁੰਦੇ ਕਿ ਨਸ਼ਾ ਖਤਮ ਹੋ ਜਾਵੇ ਤਾਂ ਉਹ ਜੜ ਤੇ ਕੰਮ ਕਰਨਾ ਚਾਹੀਦਾ ਸੀ? ਬਿਲਕੁਲ, ਵਿੱਚ ਤਾਂ ਕੋਈ ਦੋ ਰਾਏ ਹੀ ਨਹੀਂ। ਜੇ ਤੁਸੀਂ ਦੇਖਿਆ ਵਾ, ਉਹ ਕਹਿੰਦੇ ਨਾ ਹੁੰਦਾ ਨਾ ਅਸਮਾਨ ਦਾ, ਆਹ ਰਸਤੇ ਜਿਨ੍ਹਾਂ ਦੇ ਥਰੂ ਤੇ ਨਸ਼ਾ ਵਿਕਣੋਂ ਹਟ ਜੂਗਾ। ਜੇ ਸਰਕਾਰ ਦੀ ਨੀਅਤ ਠੀਕ ਹੋਵੇ ਭੋਗਲ ਸਾਹਿਬ, ਨਸ਼ਾ ਕੋਈ ਖਾਸ ਗੱਲ ਹੈ ਨਹੀਂ ਗਾ। ਤੁਸੀਂ ਇਮਾਨਦਾਰ ਪੁਲਿਸ ਆਫੀਸਰ ਨੂੰ ਜੇ ਵਾਕਿਆ ਹੀ ਤੁਸੀਂ ਉਸ ਫ੍ਰੀ ਹੈਂਡ ਦੇ ਦੋ ਤਾਂ ਮੈਨੂੰ ਲੱਗਦਾ 24 ਘੰਟਿਆਂ ਦੇ ਵਿੱਚ ਉਹ ਨਸ਼ਾ ਪੰਜਾਬ ਚੋਂ ਖਤਮ। ਪਰ ਪ੍ਰੋਬਲਮ ਕਿੱਥੇ ਆ? ਪ੍ਰੋਬਲਮ ਦੇਖਣ ਦੀ ਇਹ ਲੋੜ ਆ, ਉਹ ਵਿਚਾਰੇ ਜਿਹੜੇ ਗ੍ਰਾਮ ਜਾਂ ਥੋੜਾ ਚੱਕ ਕੇ ਇੱਕ ਐਡਿਕਟਡ, ਇੱਕ ਵਿਕਟਮ ਜਾਂ ਬਿਮਾਰ ਹੋ ਚੁੱਕੇ ਆ, ਜੇ ਤੁਸੀਂ ਉਹਨਾਂ ਦੇ ਮਗਰ ਭੱਜੋਗੇ ਤਾਂ ਨਸ਼ਾ ਖਤਮ ਨਹੀਂ ਹੋਣਾ। ਇਹ ਤਾਂ ਵੱਡੀਆਂ ਮਛਲੀਆਂ, ਚਾਹੇ ਉਹ ਭੋਲਾ ਚਾਹੇ ਕੋਈ ਵੀ ਵੱਡਾ ਹੈਗਾ ਵਾ। ਤੇ ਇਹ ਵੀ ਇੱਕ ਗੱਲ ਭੋਗਲ ਸਾਹਿਬ ਬੜੀ ਕਲੀਅਰ ਆ, ਤੇ ਪੁਲਿਸ ਦੀ ਸ਼ਹਿ ਤੋਂ ਬਿਨਾਂ ਇਹ ਜਿਹੜਾ ਕਾਲਾ ਇਸੇ ਸਵਾਲ ਤੇ ਆਉਣ ਲੱਗਾ ਸੀਗਾ, ਕਿਉਂਕਿ ਅਕਸਰ ਇੱਕ ਗੀਤ ਦੀ ਵੀ ਚਰਚਾ ਹੁੰਦੀ ਹੈ, ਕਹਿੰਦੇ ਕਿ ਸਰਕਾਰਾਂ ਹੀ ਵਿਕਾਉਂਦੀਆਂ ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ। ਇਹ ਗੀਤ ਗਾਇਕ ਨੇ ਬੇਸ਼ੱਕ ਆਪਣੇ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਪਰ ਜਦੋਂ ਅਸੀਂ ਪੋਲੀਟੀਕਲ ਸਿਸਟਮ ਦੀ ਗੱਲ ਕਰਦੇ ਤਾਂ ਹਮੇਸ਼ਾ ਇਹ ਗੱਲ ਰਹੀ ਹੈ ਕਿ ਪੁਲਿਸ ਨੂੰ ਸਾਰੀ ਪੁੱਛ ਪੜਤਾਲ ਹੁੰਦੀ ਹੈ, ਜਾਂ ਸ਼ਹਿ ਹੁੰਦੀ ਹੈ ਸਾਰੀ, ਜਾਂ ਜਾਣਕਾਰੀ ਸਾਰੀ ਹੁੰਦੀ ਹੈ ਕਿ ਕਿੱਥੇ ਕੀ ਹੋ ਰਿਹਾ, ਤੇ ਜਦੋਂ ਐਕਸ਼ਨ ਲੈਣਾ ਹੁੰਦਾ ਉਦੋਂ ਬੜੀ ਮਿੰਟਾਂ 'ਚ ਬੰਦੇ ਚੱਕ ਲਏ ਜਾਂਦੇ ਨੇ। ਤਾਂ ਲੱਗਦਾ ਕਿ ਉਸ ਥਾਂ ਤੇ ਕੰਮ ਕਰਨ ਦੀ ਲੋੜ ਹੈ ਇਸ ਵੇਲੇ ਸਰਕਾਰ ਨੂੰ। ਭੋਗਲ ਸਾਹਿਬ, ਤੁਹਾਡੀ ਗੱਲ 'ਚ ਹੀ ਮੈਂ ਐਡ ਆਨ ਕਰਾਂ। ਪਿੱਛੇ ਜੇ ਮੈਂ ਵੀ ਆਪਣੇ ਪਿੰਡ ਜਾਂ ਇੱਧਰ ਉੱਧਰ ਦੇਖਿਆ ਗਿਆ ਵਾਂ, ਪੁਲਿਸ ਨੇ ਕਮੇਟੀਆਂ ਵੀ ਕਨਸਟੀਟਿਊਟ ਕੀਤੀਆਂ ਸੀਗੀਆਂ। ਉਹ ਬੜੀ ਮੈਨੂੰ ਵੀ ਗੱਲ ਟੱਚਿੰਗ ਲੱਗੀ। ਉੱਥੇ ਮੈਂਬਰ ਸਾਹਿਬਾਨਾਂ ਨੇ ਉੱਠ ਕੇ ਕਿਹਾ ਜੀ ਵੀ ਅਸੀਂ ਨਸ਼ੇ ਦਾ ਜਿਹੜਾ ਬੰਦਾ ਹੈਗਾ ਤੁਹਾਡੇ ਕੋਲੇ ਫੜਾ ਕੇ ਆਉਨੇ ਆ। ਅਸੀਂ ਘਰੇ ਆ ਕੇ ਕਹਿੰਦੇ ਚਾਹ ਨਹੀਂ ਪੀਂਦੇ, ਉਹ ਤੋਂ ਪਹਿਲਾਂ ਘਰੇ ਆਇਆ ਹੁੰਦਾ ਵਾ। ਪਤਾ ਸਾਰਿਆਂ ਨੂੰ ਆ, ਤੁਹਾਨੂੰ ਵੀ ਪਤਾ ਵਾ, ਪਰ ਆਲਮ ਇਹ ਹੋ ਚੁੱਕਿਆ ਮਰਨ ਨੂੰ ਤਿਆਰ ਨਹੀਂ ਹੈਗਾ ਅੱਜ ਦੀ ਤਰੀਕ ਵਿੱਚ ਜੀ। ਤੁਸੀਂ ਵੀ ਉਹ ਸੌਦਾਗਰ ਦਾ ਨਾਮ ਨਹੀਂ ਲਓਗੇ ਜੇ ਤੁਸੀਂ ਪੰਜਾਬ ਦੇ ਕਿਸੇ ਪਿੰਡ ਨੂੰ ਬਿਲੋਂਗ ਕਰਦੇ ਹੋ। ਤੁਹਾਨੂੰ ਵੀ ਪਤਾ ਵਾ ਵੀ ਕਿਹੜੇ ਵੀ ਹੈਗੇ ਆ, ਤੇ ਪੁਲਿਸ ਵਾਲੇ ਨੂੰ ਤਾਂ ਪਤਾ ਹੋਣਾ। ਓਬਵੀਅਸ ਉਹਨਾਂ ਦੀ ਇੱਕ ਡਿਊਟੀ ਹੈਗੀ ਆ, ਉਹਨਾਂ ਨੂੰ ਪਲ ਪਲ ਦੀ ਖਬਰ ਹੈਗੀ ਆ, ਉਹਨਾਂ ਨੂੰ ਸਾਰਾ ਹੀ ਪਤਾ ਵਾ। ਪਰ ਨੀਅਤ ਦੇ ਵਿੱਚ ਕਿਤੇ ਨਾ ਕਿਤੇ ਖੋਟ ਹੈਗੀ ਆ, ਜਾਂ ਨੋ ਡਾਊਟ ਹੁਣ ਸਰਕਾਰ ਬਦਲੀ ਆ, ਪੰਜਾਬੀਆਂ ਨੇ ਇਸੇ ਕਰਕੇ ਬਦਲੀ ਸੀਗੀ ਵੀ ਕੋਈ ਚੰਗਾ ਹੋਵੇ। ਪਹਿਲਾਂ ਵੀ ਬਲੈਕ ਸ਼ਿਪਸ ਤਾਂ ਸੀਗੀਆਂ ਹੀ ਡਿਪਾਰਟਮੈਂਟ ਦੇ ਵਿੱਚ, ਅੱਜ ਵੀ ਹੈਗੀਆਂ ਵਾ। ਸਾਰੇ ਉਹੋ ਜਿਹੇ ਨਹੀਂ, ਇਮਾਨਦਾਰ ਆਫੀਸਰਸ ਨੇ। ਜਿਵੇਂ ਆਪਾਂ ਬੀਇੰਗ ਏ ਲੇਮੈਨ ਪਾਸੇ ਹੋ ਕੇ ਬਹਿ ਜਾਂਦੇ ਆ, ਤੇ ਉਵੇਂ ਹੀ ਉਹ ਇਮਾਨਦਾਰ ਪੁਲਿਸ ਆਫੀਸਰਸ ਵੀ ਕਿਤੇ ਨਾ ਕਿਤੇ ਪਾਸੇ ਹੋ ਜਾਂਦੇ ਆ। ਵੀ ਇਹ ਅੱਜ ਦੀ ਤਰੀਕ ਵਿੱਚ ਪੰਜਾਬ ਦੇ ਵਿੱਚ ਇੱਕ ਕਾਲਾ ਕਾਰੋਬਾਰ ਹੈਗਾ ਵਾ। ਕੋਈ ਵੀ ਜਿਹੜਾ ਬੰਦਾ ਹੈਗਾ, ਆਪਾਂ ਦੇਖਿਆ ਹੀ ਆ ਕਮੇਟੀਆਂ, ਉਹ 2-4 ਨੌਜਵਾਨ ਮਾਰਤੇ ਆ ਸ਼ਰੇਆਮ। ਆਖਰੀ ਕਮੈਂਟ ਲੈ ਲਈਏ, ਕਿਉਂਕਿ ਮੈਨੂੰ ਲੱਗਦਾ ਸਮਾਂ ਆਪਾਂ ਨੂੰ ਇੰਨੀ ਕੁ ਅੱਗੇ ਦਿੰਦਾ। ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਤੁਹਾਡੇ ਨਾਲ ਚਰਚਾ ਦੇ ਜ਼ਰੀਏ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਅੱਜ ਪੂਰੇ ਭਾਰਤ ਦੇ ਵਿੱਚ ਮਨਾਇਆ ਗਿਆ। ਤੁਸੀਂ ਸਮਝਦੇ ਹੋ ਕਿ ਭਗਤ ਸਿੰਘ ਨੇ ਇੱਦਾਂ ਦੇ ਦੇਸ਼ ਦੀ ਕਲਪਨਾ ਕੀਤੀ ਸੀ ਜਿੱਥੇ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ? ਜੇ ਕੋਈ ਮਸਲੇ ਚੱਕੂਗਾ ਤਾਂ ਇੱਦਾਂ ਕਾਰਵਾਈ ਹੋਊਗੀ, ਜਾਂ ਜਿਸ ਤਰੀਕੇ ਦੇ ਹਾਲਾਤ ਨੌਜਵਾਨ ਲਗਾਤਾਰ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ, ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਹਾਲਾਤ ਬਣੇ ਹੋਏ ਨੇ, ਕੀ ਭਗਤ ਸਿੰਘ ਹੋਰਾਂ ਨੇ ਕੀਤੀ ਹੋਊਗੀ ਇੱਦਾਂ ਦੇ ਦੇਸ਼ ਦੀ ਕਲਪਨਾ ਕਦੇ? ਭੋਗਲ ਸਾਹਿਬ, ਇਹ ਤਾਂ ਮਹਿਜ ਇੱਕ ਫਾਰਮੈਲਿਟੀ ਕਰ ਰਹੇ ਹੋ ਤੁਸੀਂ। ਮੇਰੇ ਮੂੰਹ ਤੋਂ ਇਹ ਗੱਲ ਕਹਾ ਕੇ ਤੁਸੀਂ ਵੀ ਜਾਣਦੇ ਹੋ, ਸਾਰੇ ਪੰਜਾਬੀ ਵੀ ਜਾਣਦੇ ਨੇ। ਮੈਂ ਇੱਕ ਛੋਟੇ ਸੰਖੇਪ ਦੇ ਵਿੱਚ ਗੱਲ ਕਰਾਂ। ਭਗਤ ਸਿੰਘ ਜੀ ਹੁਣੀ ਤਾਂ ਅੱਜ ਮੈਨੂੰ ਲੱਗਦਾ ਸਿਰਫ ਤੇ ਸਿਰਫ ਪੋਲਿਟਿਕਸ ਕਰਨ ਲਈ ਰਹਿ ਗਏ ਨੇ, ਵੀ ਉਹਨਾਂ ਦੇ ਨਾਮ ਤੇ ਪੋਲਿਟਿਕਸ ਹੁੰਦੀ ਆ, ਜਾਂ ਉਹ ਫਰੇਮਾਂ 'ਚ ਜੜ ਕੇ ਰੱਖਣ ਲਈ ਰਹਿ ਗਏ ਨੇ, ਜਾਂ ਉਹਨਾਂ ਦੀ ਗਲਤ ਤਰੀਕੇ ਨਾਲ ਰਿਪਰੈਜ਼ੈਂਟੇਸ਼ਨ ਹੁੰਦੀ ਆ ਜਦੋਂ ਉਹਨਾਂ ਦਾ ਪਿਸਤੌਲ ਦਿਖਾਇਆ ਜਾਂਦਾ ਵਾ। ਜਿਹੜੇ ਭਗਤ ਸਿੰਘ ਦੀ ਇੱਕ ਆਈਡੀਓਲੋਜੀ ਸੀਗੀ, ਇੱਕ ਉਹਨਾਂ ਨੇ ਸੋਸ਼ਲਿਜ਼ਮ, ਸੈਕੂਲਰ
ਟੂਰਿਜ਼ਮ ਦੀ ਗੱਲ ਕੀ, ਉਹ ਮੈਨੂੰ ਲੱਗਦਾ ਅੱਜ ਵੀ ਯੂਥ ਤੋਂ ਲੁਕੋਈ ਜਾ ਰਹੀ ਆ। ਅੱਜ ਵੀ ਉਹ ਜਿਸ ਤਰੀਕੇ ਦੇ ਨਾਲ ਉਹਨੂੰ ਉਸ ਚੀਜ਼ ਨੂੰ ਉਹਦਾ ਹੋਣਾ ਚਾਹੀਦਾ ਪ੍ਰਸਾਰ ਜਾਂ ਲੋਕਾਂ ਤੱਕ ਉਹਨੂੰ ਪੜ੍ਹਾਇਆ ਜਾਣਾ ਚਾਹੀਦਾ, ਉਸ ਤਰੀਕੇ ਨਾਲ ਨਹੀਂ ਜਾ ਰਿਹਾ। ਜੇ ਵਾਕਿਆ ਹੀ ਅਸੀਂ ਭਗਤ ਸਿੰਘ ਦੀ ਰੂਹ ਦੀ ਸ਼ਾਂਤੀ ਚਾਹੁੰਦੇ ਆ ਜਾਂ ਚਾਹੁੰਦੇ ਆ ਵੀ ਭਗਤ ਸਿੰਘ ਦੇਖਣ ਬਈ ਇਹੋ ਜਿਹਾ ਮੈਂ ਸਮਾਜ ਛੱਡ ਕੇ ਗਿਆ ਸੀ, ਤਾਂ ਸਾਨੂੰ ਮੈਨੂੰ ਲੱਗਦਾ ਦੁਬਾਰ ਤੋਂ ਕੰਮ ਕਰਨ ਦੀ ਲੋੜ ਆ। ਅੱਜ ਉਹਨਾਂ ਦੇ ਕਿਤੇ ਵੀ ਅਸੀਂ ਨੇੜੇ ਤੇੜੇ ਨਹੀਂ ਕੱਢਦੇ, ਸਿਰਫ ਤੇ ਸਿਰਫ ਉਹਨਾਂ ਨੂੰ ਫੋਟੋਆਂ 'ਚ ਦਿਖਾਉਂਦੇ ਆ ਜਾਂ ਉਹਨਾਂ ਦੇ ਨਾਂ ਤੇ ਅਸੀਂ ਸਿਆਸਤ ਕਰਦੇ ਆ। ਬਾਕੀ ਭਗਤ ਸਿੰਘ ਨੂੰ ਸ਼ਰਧਾਂਜਲੀ ਅੱਜ ਅਸੀਂ ਨਹੀਂ ਦੇ ਰਹੇ। ਵੈਰਾਗੀ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਸਮਾਂ ਦਿੱਤਾ, ਬਹੁਤ ਧੰਨਵਾਦ ਤੁਹਾਡਾ। ਮਿਹਰਬਾਨੀ। ਸੋ ਇਹ ਸਨ ਬੂਟਾ ਸਿੰਘ ਬਰਾਗੀ ਜੀ ਨਾਲ ਗੱਲਬਾਤ ਕਰਕੇ ਇਸ ਪੂਰੇ ਮਸਲੇ ਦੀ ਜੜ ਸਮਝਣ ਦੀ ਕੋਸ਼ਿਸ਼ ਕੀਤੀ। ਬੜੇ ਵਿਭਾਗ ਢੰਗ ਦੇ ਨਾਲ ਉਹਨਾਂ ਨੇ ਦੱਸਿਆ ਕਿ ਕਮੀ ਕਿੱਥੇ ਹੈਗੀ ਹੈ। ਪਿੰਡਾਂ ਨੂੰ ਨਾਲ ਜੋੜਨਾ ਪਵੇਗਾ ਜੇ ਸੱਚੀ ਅਸੀਂ ਨਸ਼ੇ ਦੇ ਖਿਲਾਫ ਕਾਰਵਾਈ ਕਰਨੀ ਹੈ। ਜਿਹੜੀਆਂ ਕਾਲੀਆਂ ਭੇਡਾਂ ਨੇ ਉਹਨਾਂ ਨੂੰ ਬਾਹਰ ਕੱਢਣਾ ਪਊਗਾ ਜੇ ਅਸੀਂ ਸੱਚੀ ਚਾਹੁੰਦੇ ਹਾਂ ਕਿ ਨਸ਼ਾ ਬੰਦ ਹੋਵੇ। ਜੇ ਅਸੀਂ ਸੱਚੀ ਚਾਹੁੰਦੇ ਹਾਂ ਕਿ ਪੰਜਾਬ ਦਾ ਭਲਾ ਹੋਵੇ ਤਾਂ ਸਾਨੂੰ ਸਿੱਧੇ ਤੌਰ ਤੇ ਜਿਹੜੀ ਜੜ ਹੈਗੀ ਨਸ਼ੇ ਦੀ ਉੱਥੇ ਕੰਮ ਕਰਨਾ ਪਵੇਗਾ, ਨਾ ਕਿ ਪੋਲੀਟੀਕਲ ਵੈਂਡੇਟੇ ਦੇ ਤਹਿਤ ਕੁਝ ਇੱਦਾਂ ਦੇ ਲੋਕਾਂ ਨੂੰ ਟਾਰਗੇਟ ਕਰਨਾ ਕਿ ਜਿਹੜੇ ਆਵਾਜ਼ ਬੁਲੰਦ ਕਰ ਰਹੇ ਨੇ, ਸਮੇਂ-ਸਮੇਂ ਤੇ ਸਰਕਾਰ ਤੋਂ ਸਵਾਲ ਪੁੱਛ ਰਹੇ ਨੇ। ਮੈਨੂੰ ਲੱਗਦਾ ਕਿ ਚਿੰਤਾ ਦੀ ਗੱਲ ਹੈ ਕਿ ਪੋਲੀਟੀਕਲ ਵੈਂਡੇਟੇ ਦੇ ਤਹਿਤ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਜੇ ਸੱਚੀ ਕੋਈ ਦੋਸ਼ੀ ਹੈਗਾ ਤਾਂ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਕਿਸੇ ਦਾ ਪੱਖ ਨਹੀਂ ਪੂਰਦੇ, ਪਰ ਜਿੱਥੇ ਕਮੀ ਹੈਗੀ ਹੈ, ਜਿੱਥੇ ਕਾਰਵਾਈ ਹੋਣੀ ਚਾਹੀਦੀ ਹੈ, 1.5 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਸਰਕਾਰ ਨੂੰ। ਜਿਹੜੇ ਇਹ ਵੀ ਕਿਹਾ ਗਿਆ ਸੀਗਾ ਕੁਝ ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰ ਦੇਣਾ, ਜੇ ਨਹੀਂ ਖਤਮ ਹੋ ਰਿਹਾ ਤਾਂ ਸਰਕਾਰ ਨੂੰ ਆਤਮ ਝਾਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਨਾਲ ਦੇ ਨਾਲ ਇਹ ਵੀ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਨ੍ਹਾਂ ਹਾਲਾਤਾਂ 'ਚ ਸਰਕਾਰ ਬਣੀ ਹੈ, ਜਿਹੜੇ ਹਾਲਾਤ ਉਹਨਾਂ ਦੇ ਸਾਹਮਣੇ ਨੇ, ਜਿਹੜੀਆਂ ਚੁਣੌਤੀਆਂ ਉਹਨਾਂ ਦੇ ਸਾਹਮਣੇ ਨੇ, ਜੇ ਕੋਈ ਉਹ ਐਡਰੈਸ ਕਰ ਰਿਹਾ ਹੈਗਾ ਤਾਂ ਉਹਨੂੰ ਸਮਝਿਆ ਜਾਵੇ ਤੇ ਉਸ ਮਸਲੇ ਦਾ ਹੱਲ ਕੀਤਾ ਜਾਵੇ, ਨਾ ਕਿ ਇੱਦਾਂ ਦੀ ਪੋਲੀਟੀਕਲ ਵੈਂਡੇਟੇ ਦੇ ਤਹਿਤ ਉਹਨਾਂ ਤੇ ਇਲਜ਼ਾਮ ਲੱਗਣ ਕਿ ਤੁਸੀਂ ਪੋਲੀਟੀਕਲ ਵੈਂਡੇਟਾ ਕਰ ਰਹੇ ਹੋ। ਫਿਲਹਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਤੁਸੀਂ ਇਸ ਬਾਬਤ ਕੀ ਸੋਚਦੇ ਹੋ, ਕੀ ਸਮਝਦੇ ਹੋ? ਆਪਣੇ ਕਮੈਂਟ, ਆਪਣੇ ਟਿੱਪਣੀਆਂ ਸਾਡੇ ਨਾਲ ਜ਼ਰੂਰ ਸਾਂਝੇ ਕਰਿਆ ਕਰੋ, ਕਿਉਂਕਿ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਰਾਬਤਾ ਰੱਖਦੇ ਹਾਂ। ਤੁਸੀਂ ਕਮੈਂਟ ਟਿੱਪਣੀਆਂ ਜ਼ਰੂਰ ਭੇਜਿਓ। ਫਿਲਹਾਲ ਇਹ ਤੁਹਾਡੇ ਤੋਂ ਅੱਗੇ ਨਹੀਂ ਹੈ। ਬਹੁਤ ਬਹੁਤ ਧੰਨਵਾਦ।